MSP ਦੀ ਗਰੰਟੀ ਕਿਉਂ ਮੰਗਦੇ ਆ ਕਿਸਾਨ? ਜੋ 32 ਜਥੇਬੰਦੀਆਂ ਕਹਿ ਰਹੀਆਂ ਨੇ, ਕੀ ਲੋੜ ਹੈ ਉਸ ਦੀ? 20 ਰੁਪਏ ਲੀਟਰ ਪਾਣੀ ਦੀ ਬੋਤਲ ਕਿਉਂ ਵਿਕੇ ਬਈ? ਦੁੱਧ ਤਾਂ ਵਿਕਦਾ ਕਿਸਾਨ ਦਾ 28 ਰੁਪਏ ਲੀਟਰ, ਤੇ ਪਾਣੀ ਦੀ ਬੋਤਲ ਅਮੀਰ ਦੀ ਹੈ ਉਹ ਜਿਹੜੀ ਹੈਗੀ ਹੈ ਉਹ 20 ਰੁਪਏ ਦੀ ਲੀਟਰ ਵਿਕਦੀ ਹੈ। ਫਿਰ ਇਹ ਤਾਂ ਮਤਲਬ ਭਾਅ ਤੈਅ ਕਰਨ ਵਾਲਿਆਂ ਦਾ ਵੀ ਉਹ ਹੈ। ਕੋਈ ਅਰਥ ਸ਼ਾਸਤਰੀ ਇਸ ਤੇ ਗੱਲ ਨਹੀਂ ਕਰਦਾ। ਇਹ ਗੱਲ ਕਰੇ ਨਾ ਵੀ ਆਹ ਬੋਤਲ ਦੱਸੋ ਪਾਣੀ ਦੀ ਕਿਵੇਂ ਇਸ ਭਾਅ ਵੇਚਦੇ ਹੋ, ਵੀ ਭਾਅ ਜੇ ਤੱਕ ਇੰਡਸਟਰੀ ਵਾਲੇ ਦਾ ਤੈਅ ਕਰਨਾ ਫਿਰ ਐਂ ਫਾਰਮੂਲਾ ਹੋਏਗਾ, ਜੇ ਤੁਹਾਡੀ ਚੀਜ਼ ਦਾ ਕਰਨਾ ਤਾਂ ਐਂ ਹੋਏਗਾ। ਇਸੇ ਕਰਕੇ ਯੂਰੀਆ, ਇਸੇ ਕਰਕੇ ਕੀਟਨਾਸ਼ਕ, ਇਸੇ ਕਰਕੇ ਨਦੀਨਨਾਸ਼ਕ, ਇਸੇ ਕਰਕੇ ਪੈਟਰੋਲ ਡੀਜ਼ਲ ਉਹ ਵਧੀ ਜਾ ਰਹੇ ਨੇ ਤੇ ਸਾਡੀਆਂ ਫਸਲਾਂ ਦਾ ਭਾਅ ਘਟੀ ਜਾ ਰਿਹਾ, ਕਿਉਂਕਿ ਉਹ ਭਾਅ ਤੈਅ ਕਰਨ 'ਚ ਹੀ ਹੇਰਾਫੇਰੀ ਹੈ। ਇੱਕੋ ਮੰਤਰਾਲਾ ਤੈਅ ਕਰਦਾ, ਫਾਰਮੂਲਾ ਹੀ ਵੱਖਰਾ ਬਣਾਤਾ, ਤੁਹਾਡੇ ਵਾਸਤੇ ਹੋਰ, ਉਹਨਾਂ ਵਾਸਤੇ ਹੋਰ। 23 ਫਸਲਾਂ ਦੇ ਉੱਤੇ ਸਾਰੀ ਦੇ ਸਾਰੇ ਮੁਲਕ ਦੀ ਖਰੀਦ ਕਰਨ ਵਾਸਤੇ ਰੁਪਈਏ ਤਾਂ ਸਾਰੇ 8 ਲੱਖ ਕਰੋੜ ਚਾਹੀਦਾ। ਉਸ 8 ਲੱਖ ਕਰੋੜ 'ਚੋਂ 6 ਲੱਖ ਕਰੋੜ ਦੀਆਂ ਉਹ ਵੈਸੀ ਵਿਕ ਜਾਣੀਆਂ ਨੇ। ਸਰਕਾਰ ਕਿਵੇਂ ਕਹੀ ਜਾਂਦੀ ਵੀ ਸਾਨੂੰ ਤਾਂ ਐਂ ਜੀ, ਸਾਨੂੰ ਤਾਂ ਬਹੁਤ ਪੈਸੇ ਲੱਗ ਜਾਣਗੇ। ਜਿੰਨੇ ਵੱਡੇ ਕਾਰਪੋਰੇਟ ਹਾਊਸ ਨੇ ਉਹਨਾਂ ਨੂੰ 6 ਲੱਖ ਕਰੋੜ 5.5 ਲੱਖ ਕਰੋੜ ਦੀ ਹਰ ਸਾਲ ਸਬਸਿਡੀ ਦਿੰਦੇ ਨੇ, ਉਹਨੂੰ ਛੱਡਦੇ ਨੇ, ਉਹਨੂੰ ਨਾ ਦੇਣ, ਉਹਨੂੰ ਅੱਧੀ ਕਰਦੇ ਨੇ, ਬਸ ਇੰਨਾ ਹੀ ਹੈ। ਕਰਜ਼ੇ ਵੀ ਮਾਫ ਹੋਏ, ਕਰਜ਼ੇ ਤਾਂ ਮਾਫ ਹੋਏ ਨੇ, ਇਕੱਲੀ ਹੋਰ ਸਬਸਿਡੀ ਦਿੰਦੇ ਨੇ ਜਿਹੜੀ ਟੈਕਸ ਦੀ। ਜਿਹੜੇ ਮੇਰੇ ਵਰਗੇ ਨੂੰ ਘਰੇ ਬੈਠੇ ਨੂੰ 1.25 ਲੱਖ ਤੋਂ ਉੱਪਰ ਪੈਨਸ਼ਨ ਆ ਜਾਂਦੀਆਂ ਹਰ ਮਹੀਨੇ, ਤੇ ਮੈਨੂੰ ਕੀ ਪਤਾ ਵੀ ਕਿਸਾਨ ਵਿਚਾਰਾ ਜਾਂ ਮਜ਼ਦੂਰ ਵਿਚਾਰਾ ਖੇਤ ਦਾ ਕਿਵੇਂ ਰੋਟੀ ਖਾਂਦਾ। ਮੈਂ ਤਾਂ 100 ਗੱਲਾਂ ਬਣਾ ਸਕਦਾ ਕਿਉਂਕਿ ਮੈਂ ਪੜ੍ਹਿਆ ਲਿਖਿਆ, ਮੈਨੂੰ ਐ ਪੂਰੀ ਪੈਨਸ਼ਨ ਵੀ ਮਿਲਦੀ ਹੈ। ਮੈਂ ਕਿਹੜੀ ਹਿਮਾਲय ਪਰਬਤ ਦੀ ਚੋਟੀ ਸਰ ਕਰੀ ਹੈ ਵੀ ਮੈਨੂੰ ਲੱਖ ਤੋਂ ਉੱਪਰ ਪੈਨਸ਼ਨ ਮਿਲੇ ਹਰ ਮਹੀਨੇ, ਤੇ ਗਰੀਬ ਆਦਮੀ ਨੂੰ ਲੱਖ ਰੁਪਇਆ ਸਾਰੀ ਉਮਰ ਦਾ ਕਰਜ਼ਾ ਉਹਦਾ ਵਾਪਸ ਨਾ ਹੋਵੇ। ਆ ਤਾਂ ਉਸੇ ਸਰਕਾਰ 'ਚ ਰਿਹਾ, ਉਹਨੇ ਨਹੀਂ ਕੰਮ ਕਰਿਆ। ਜੇ ਉਹ ਅਨਾਜ ਨਾ ਪੈਦਾ ਕਰਦਾ ਫਿਰ ਮੈਂ ਇੱਟਾਂ ਖਾ ਕੇ ਗੁਜ਼ਾਰਾ ਕਰ ਦਿੰਦਾ। ਖੇਤ ਮਜ਼ਦੂਰ ਤੇ ਕਿਸਾਨ ਲਗਾਤਾਰ ਕੰਮ ਕਰ ਰਿਹਾ। ਮੈਨੂੰ ਪਹਿਲਾਂ ਤਾਂ ਸਰਕਾਰ ਨੇ ਪੜ੍ਹਾਇਆ, 30 ਸਾਲ ਤੱਕ ਤਾਂ ਪੜ੍ਹਾਉਂਦੇ ਰਹੇ, 25 ਸਾਲ ਦੀ ਉਮਰ ਤੱਕ। ਫਿਰ ਮੈਨੂੰ ਚੰਗੀ ਕੁਰਸੀ ਦੇ ਕੇ ਬਿਠਾਤਾ ਵੀ ਇੱਥੇ ਤੂੰ ਮਰੀਜ਼ਾਂ ਦਾ ਇਲਾਜ ਕਰੀ ਜਾ। ਹੁਣ ਮੈਨੂੰ ਐਡੀ ਵੱਡੀ ਮੋਟੀ ਪੈਨਸ਼ਨ ਦੇ ਰਹੇ ਨੇ। ਮੈਂ ਇਲਾਜ ਹੀ ਕਰਿਆ ਨਾ ਮਰੀਜ਼ਾਂ ਦਾ, ਉਹ ਵੀ ਉਹਨਾਂ ਤੋਂ ਟ੍ਰੇਨਿੰਗ ਲੈ ਕੇ। ਕਿ ਸਾਨੂੰ ਤਾਂ ਕਿਸੇ ਨੇ ਟ੍ਰੇਨਿੰਗ ਵੀ ਨਹੀਂ ਦਿੱਤੀ। ਸਾਰੀ ਉਮਰ ਉਹਨੇ ਅਨਾਜ ਪੈਦਾ ਕਰਕੇ ਦਿੱਤਾ ਤੇ ਉਹਨੂੰ ਕੋਈ ਪੈਨਸ਼ਨ ਨਹੀਂ। ਉਹਨੂੰ ਜੇ ਪੈਨਸ਼ਨ ਦਿੱਤੀ ਜਾਂਦੀ ਹੈ 1500 ਰੁਪਈਆ, ਉਹ ਵੀ ਬੁਢਾਪਾ, ਤੇ ਉਹ ਕਹਿੰਦੇ ਖਰਾਇਤ ਹੈ। ਤੇ ਥੋੜ੍ਹੀ ਜਿਹੀ ਸਰਕਾਰ ਗੋਲੀਆਂ ਚਲਾ ਕੇ ਇਹ ਕਰੂ। ਸਰਕਾਰ ਨਜਾਇਜ਼ ਕਰਨ ਲੱਗ ਜੂਗੀ, ਜੋ ਮਰਜ਼ੀ ਅਸੀਂ ਤਾਂ ਕਰਾਂਗੇ। ਜੋ ਮਰਜ਼ੀ ਉਹਨਾਂ 'ਤੇ ਕਰ ਸਕਦੀ ਹੁੰਦੀ ਹੈ ਸਰਕਾਰ, ਜਿਹੜੇ ਮਰਨ ਨੂੰ ਤਿਆਰ ਨਾ ਹੋਣ। ਕਿਸਾਨ ਤਾਂ 700 ਸ਼ਹੀਦੀ ਦੇ ਚੁੱਕੇ ਆਲਰੇਡੀ, ਉਹ ਭੜਕੇ ਨਹੀਂ ਹੈਗੇ, ਸ਼ਾਂਤਮਈ ਸਟਰਗਲ ਕਰਦੇ ਨੇ। ਸਰਕਾਰ ਤਾਂ ਉਹਨਾਂ ਨੂੰ ਹਰਾਉਂਦੀ ਹੈ ਜਿਹੜੇ ਕਹਿੰਦੇ ਆਪਾਂ ਤਾਂ ਫਿਰ ਚੜਾ ਦਾਂਗੇ ਝੰਡੇ, ਉਹ ਫਿਰ ਭੱਜ ਜਾਂਦੇ ਨੇ। ਫਿਰ ਮੁੜ ਕੇ ਕਹਿੰਦੇ ਜੀ ਅਸੀਂ ਤਾਂ ਜੀ ਅਸੀਂ ਤਾਂ ਪੁਲਿਸ ਦੀ ਮਦਦ ਕਰਨ ਗਏ ਸੀ। ਸਰਕਾਰ ਤਾਂ ਉਹਨਾਂ ਨੂੰ ਦਵਾ ਦਿੰਦੀ ਹੈ, ਸਰਕਾਰ ਤਾਂ ਉਹਨਾਂ ਨੂੰ ਦਵਾ ਦਿੰਦੀ ਹੈ ਜਿਹੜਾ ਚੋਰੀ ਠੱਗੀ ਕਰਦਾ। ਕਿਸਾਨ ਕੋਈ ਚੋਰੀ ਠੱਗੀ ਕਰਦਾ, ਉਹਨਾਂ 'ਤੇ ਦਵਾ ਦਿੰਦੀ ਵੀ ਚੰਗਾ ਤੈਨੂੰ ਈਡੀ 'ਚ ਅੰਦਰ ਕਰਾਂਗੇ, ਨਹੀਂ ਤੂੰ ਸਾਡੇ ਨਾਲ ਰਲ ਜਾਂਦਾ। ਸਰਕਾਰ ਦਵਾ ਉਹਨਾਂ ਨੂੰ ਦਿੰਦੀ ਹੈ ਜਿਹੜੇ ਚੋਰ ਨੇ, ਪਹਿਲੀ ਗੱਲ। ਦੂਜੀ ਗੱਲ, ਸਰਕਾਰ ਦਵਾ ਉਹਨਾਂ ਨੂੰ ਦਿੰਦੀ ਹੈ ਜਿਹੜੇ ਕੁਰਬਾਨੀ ਨਹੀਂ ਕਰ ਸਕਦੇ। ਜਿਹੜਾ ਮਰਨ ਨੂੰ ਤਿਆਰ ਹੈ ਉਹਦਾ ਕਿੰਨਾ ਕੁ ਦਵਾ ਕਰੂਗੀ? ਵੱਧ ਤੋਂ ਵੱਧ ਗੋਲੀ ਮਾਰ ਦੂਗੀ ਨਾ, ਇੱਕ ਮਾਰ ਦੂਗੀ ਦੂਜਾ ਆ ਜੂਗਾ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਧੂਨੇ ਚਾਹੁੰਦੇ ਧੂਨ ਸਵਾਏ। ਸਾਂਝੀ ਵਾਲਤਾ ਦਾ, ਇਕੱਠੇ ਲੰਗਰ ਦਾ, ਸਮੂਹਿਕ ਫੈਸਲਿਆਂ ਦਾ, ਸਭ ਨੂੰ ਬਰਾਬਰ ਦੇ ਅਧਿਕਾਰਾਂ ਦਾ ਉਹ ਨਵਾਂ ਰਸਤਾ ਲੱਭ ਲਿਆ। ਇਸ ਰਸਤੇ 'ਤੇ ਹੁਣ ਲੀਹਾ ਪਾਤਾ ਇਹਨਾਂ ਨੇ। ਇਹ ਲੀਹਾ ਹੁਣ ਇੱਕ ਵਾਰੀ ਪਾਉਣਾ ਔਖਾ ਹੁੰਦਾ, ਉਹ 'ਚ 600-700 ਸ਼ਹੀਦੀ ਵੀ ਕਰੀ ਹੈ। ਗਰਮੀ, ਠੰਡ, ਬਾਰਿਸ਼ 'ਚ ਵੀ ਰਹੇ ਨੇ, ਪਰ ਕੋਈ ਗੱਲ ਨਹੀਂ। ਸ਼ਾਬਾਸ਼ ਇਹਨਾਂ ਦੇ ਸਿਦਕ ਦੇ, ਸਿਰੜ ਦੇ, ਸਬਰ ਦੇ ਤੇ ਸੰਤੋਖ ਦੇ। ਉਹ ਐਡੀ ਵੱਡੀ ਜੰਗ ਜਿੱਤੀ ਹੈ, ਹੁਣ ਬਾਕੀ ਤਾਂ ਛੋਟੀਆਂ ਨੇ ਜਿੱਤ ਲੈਣੀਆਂ ਨੇ। ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਘਰ ਤਾਂ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ। ਅੱਜ ਘਰ ਪੱਕੇ ਨੇ, ਰਿਸ਼ਤੇ ਕੱਚੇ। ਇੱਦਾਂ ਹੀ ਉਦੋਂ ਸਕੂਲ ਕੱਚੇ ਸੀ, ਪੜ੍ਹਾਈ ਪੱਕੀ ਸੀ। ਹੁਣ ਪੜ੍ਹਾਈ ਕੱਚੀ ਹੈ, ਸਕੂਲ ਪੱਕੇ ਨੇ। ਇਹ ਹਸਪਤਾਲਾਂ ਦਾ ਹਾਲ ਹੈ। ਕਿਸਾਨੀ ਅੰਦੋਲਨ ਦਾ ਇੱਕੋ ਹੀ ਨਾਅਰਾ ਸੀ, ਕਾਨੂੰਨ ਰੱਦ ਹੋਣ, ਉਸ ਤੋਂ ਬਾਅਦ MSP ਤੇ ਗੱਲਬਾਤ ਹੋਵੇ। 3 ਕਾਨੂੰਨ ਰੱਦ ਹੋ ਗਏ ਨੇ। MSP ਦੀ ਗਰੰਟੀ ਨੂੰ ਲੈ ਕੇ ਅੱਜ ਵੀ ਕਿਸਾਨ ਦਿੱਲੀ ਦੀਆਂ ਬਲੂਆਂ ਤੇ ਆ। MSP ਕਿਉਂ ਜ਼ਰੂਰੀ ਹੈ, MSP ਕਿਉਂ ਲਾਜ਼ਮੀ ਹੈ ਕਿਸਾਨ ਦੇ ਉੱਤੇ? 32 ਜਥੇਬੰਦੀਆਂ ਦੇ ਆਗੂ ਵੀ ਇਹ ਬਾਰ-ਬਾਰ ਸਟੇਜਾਂ ਤੋਂ ਕਹਿੰਦੇ ਆਏ ਨੇ ਵੀ ਕਿਉਂ ਲੋੜ ਹੈ। ਦੂਸਰੇ ਪਾਸੇ ਸਵਾਮੀਨਾਥਨ ਦੀ ਵੀ ਗੱਲ ਕਰੀਏ, ਉਸ ਵਿੱਚ ਕਈ ਨੁਕਤੇ ਨੇ, 201 ਨੁਕਤੇ ਮੌਜੂਦ ਨੇ ਜੋ ਕਿਸਾਨਾਂ ਦੇ ਹੱਕ ਵਿੱਚ ਜਾਂਦੇ ਨੇ। 2014 ਦੇ ਵਿੱਚ ਜਦੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਮੈਨੀਫੈਸਟੋ ਵਿੱਚ ਕਿਹਾ ਸੀ ਵੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਗੇ, ਪਰ ਜੋ ਵੀ ਦਾਅਵੇ ਕੀਤੇ
ਹਵਾ ਵਿੱਚ ਨੇ। ਹੁਣ ਗੱਲ ਕਰਾਂਗੇ ਐਮਐਸਪੀ ਕਿਉਂ ਲਾਜ਼ਮੀ ਹੈ ਕਿਸਾਨ ਜੋਗੇ, ਉਹ ਦੂਸਰੇ ਪਾਸੇ ਵੀ ਚਰਚਾ ਕਰਾਂਗੇ 80-85 ਦਹਾਕੇ ਤੋਂ ਬਾਅਦ ਕਿਉਂ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਵਧੀਆਂ ਨੇ, ਕਿਸਾਨ ਕਿਉਂ ਖੁਦਕੁਸ਼ੀ ਕਰ ਰਿਹਾ। ਤੇ ਦੂਸਰੇ ਪਾਸੇ ਵੀ ਚਰਚਾ ਛਿੜ ਗਈ ਸੀ ਜੋ ਸਿੰਘੂ ਮੋਰਚੇ ਦੇ ਉੱਤੇ ਪਿਛਲੇ ਸਾਲ 26 ਨਵੰਬਰ ਨੂੰ ਕਿਸਾਨ ਗਏ ਸੀ ਵੀ ਕਿਸਾਨ ਤਾਂ ਬਹੁਤ ਹਾਈ ਫਾਈ ਨੇ, ਕਿਸਾਨਾਂ ਕੋਲ ਪੈਸੇ ਬਹੁਤ ਨੇ, ਵੱਡੇ ਵੱਡੇ ਮਕਾਨ ਪਾਏ ਹੋਏ ਨੇ, ਕਿਸਾਨਾਂ ਕੋਲ ਮਹਿੰਗੇ ਮਹਿੰਗੇ ਮੋਬਾਈਲ ਨੇ, ਮਹਿੰਗੀ ਗੱਡੀਆਂ ਰੱਖਦੇ ਨੇ। ਇਹ ਵੀ ਚਰਚਾ ਬਣੀ ਸੀ ਗੋਦੀ ਮੀਡੀਆ ਵਾਲਿਆਂ। ਹੁਣ ਗੱਲ ਕਰਾਂਗੇ, ਸ਼ੁਰੂਆਤ ਕਰਾਂਗੇ ਆਪਾਂ ਕਿਸਾਨੀ ਅੰਦੋਲਨ ਤੋਂ, ਉਹ ਨਾਲ ਜੁੜੇ ਜੋ ਕਿਸਾਨ ਸ਼ਹੀਦ ਹੋਏ ਨੇ, ਔਰ ਖੁਦਕੁਸ਼ੀਆਂ ਦੀ ਵੀ ਗੱਲ ਕਰਾਂਗੇ ਕਿਉਂ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਨਹੀਂ ਰੁਕ ਰਹੀਆਂ। ਇਸ ਦੀ ਨਮਜ ਨੂੰ ਟਟੋਲਣ ਦੀ ਲੋੜ ਹੈ। ਕਿਉਂ ਨਹੀਂ ਇਸ ਉੱਪਰ ਕੋਈ ਸਰਕਾਰ ਚਿੰਤਾ ਕਰਦੀ। ਵੋਟਾਂ ਲੈਣ ਦਾ ਸਮਾਂ, ਵੋਟਾਂ ਦੀ ਰੁੱਤ ਹੈਗੀ ਆ, ਵੋਟਾਂ ਲਈਆਂ ਜਾ ਰਹੀਆਂ ਨੇ। ਕੋਈ ਵਾਅਦੇ ਫ੍ਰੀ ਕਰਦਾ, ਕੋਈ ਕਹਿ ਦਿੰਦਾ ਬਿਜਲੀ ਫ੍ਰੀ ਦੇਵਾਂਗੇ, ਕੋਈ ਕਹਿ ਦਿੰਦਾ 1000 ਰੁਪਏ ਅਕਾਊਂਟ 'ਚ ਪਾਵਾਂਗੇ। ਪਰ ਕਿਸਾਨੀ ਨੂੰ ਲੈ ਕੇ ਕਿਹੜੀ ਸਿਆਸੀ ਪਾਰਟੀ ਨੇ ਵਾਅਦੇ ਕੀਤੇ ਨੇ। ਸਾਡੇ ਨਾਲ ਮੌਜੂਦ ਨੇ ਡਾਕਟਰ ਪੈਰਲ ਗਰਗ, ਪੈਨ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ 80-85 ਦੇ ਦਹਾਕੇ ਤੋਂ ਵੀ ਕਿਸਾਨ ਖੁਦਕੁਸ਼ੀਆਂ ਵਾਲੇ ਪਾਸੇ ਕਿਉਂ ਤੁਰਿਆ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸ਼ੁਕਰੀਆ ਜੀ। ਸਰ ਪਹਿਲਾਂ ਮੈਂ ਸਵਾਲ ਇਹ ਹੈ ਕਿ ਖੁਦਕੁਸ਼ੀਆਂ ਦੀ ਗੱਲ ਕਰੀਏ, ਸ਼ਾਇਦ ਹੀ ਕੋਈ ਪੇਪਰ ਵਿੱਚ ਖਬਰ ਬਿਨਾਂ ਛਪੇ ਰਹਿ ਜਾਂਦੀ ਹੋਵੇ ਵੀ ਕਿਸਾਨ ਨੇ ਅੱਜ ਖੁਦਕੁਸ਼ੀ ਨਹੀਂ ਕੀਤੀ। ਪਿਛਲੇ ਸਮੇਂ ਦੀ ਵੀ ਗੱਲ ਕਰ ਲਈਏ, ਕਰਜ਼ਾ ਸਿਰ ਵਿੱਚ ਤਾਂ ਖੁਦਕੁਸ਼ੀ, ਜੇ ਕਿਸਾਨ ਲਿਮਟਾਂ ਗਵਾ ਲੈਂਦਾ ਤਾਂ ਖੁਦਕੁਸ਼ੀ, ਜੇ ਕੁੜੀ ਦਾ ਵਿਆਹ ਹੁੰਦਾ, ਵਿਆਹ 'ਚ ਪੈਸੇ ਨਹੀਂ ਹੈਗੇ ਤਾਂ ਖੁਦਕੁਸ਼ੀ। ਇੱਕ ਬੜਾ ਲੰਮਾ ਸਮਾਂ ਚਲਦੀਆਂ ਆਉਂਦੀਆਂ ਨੇ। ਨਵੇਂ ਨੂੰ ਟਟੋਲਣ ਦੀ ਲੋੜ ਹੈ। ਕਿਉਂ ਖੁਦਕੁਸ਼ੀਆਂ ਕਰ ਰਿਹਾ ਕਿਸਾਨ ਪੰਜਾਬ ਦਾ, ਕਿਉਂ ਕਿਸਾਨ 80-85 ਦਹਾਕੇ ਤੋਂ ਬਾਅਦ ਖੁਦਕੁਸ਼ੀਆਂ ਦੇ ਰਾਹ ਤੇ ਤੁਰਿਆ। ਬਿਲਕੁਲ ਠੀਕ ਕਿਹਾ ਤੁਸੀਂ। 80-85 ਤੋਂ ਬਾਅਦ ਹੀ ਖੁਦਕੁਸ਼ੀਆਂ ਬੇਸਿਕਲੀ 95 ਤੋਂ ਬਾਅਦ ਜ਼ਿਆਦਾ ਹੋਈਆਂ ਨੇ ਸ਼ੁਰੂ, ਤੇ 90 'ਚ ਜਦ ਇਹ ਆਇਆ 80-85 'ਚ WTO ਰਜੀਮ, ਇਹਨੂੰ ਕਹਿੰਦੇ ਸੀ ਡੰਕਲ ਡਰਾਫਟ, ਗੈਟ ਸਮਝੌਤਾ। ਜਿਹੜਾ ਗੈਟ ਸਮਝੌਤਾ ਭਾਰਤ ਸਰਕਾਰ ਨੇ ਕਰਿਆ, ਨਰਸਿਮਹਾ ਰਾਓ ਦੀ ਸਰਕਾਰ ਨੇ, ਮਨਮੋਹਨ ਸਿੰਘ ਵਿੱਤ ਮੰਤਰੀ ਸੀ, ਉਹਨਾਂ ਨੇ ਦਸਤਖਤ ਕਰੇ। ਉਦੋਂ ਬਾਅਦ ਸਾਰਾ ਕੁਝ ਜਿਹੜਾ ਹੈ ਦੇਸ਼ ਦੇ ਵਿੱਚ, ਜਿਹੜਾ ਪਹਿਲਾਂ ਸਰਕਾਰੀ ਤੌਰ 'ਤੇ ਕਾਫੀ ਕੁਛ ਚੱਲਦਾ ਸੀ, ਲੋਕਾਂ ਨੂੰ ਸਹੂਲਤ ਮਿਲਦੀ ਸੀ, ਅਤੇ ਉਹਨੂੰ ਵੱਡਾ ਪ੍ਰਾਈਵੇਟਾਈਜੇਸ਼ਨ ਵੱਡੇ ਪੱਧਰ 'ਤੇ ਸ਼ੁਰੂ ਹੋ ਗਈ। ਉਹ ਜਦ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਗਈ ਤਾਂ ਸਰਕਾਰ ਨੇ ਆਪਦਾ ਸਰਕਾਰੀ ਸੇਵਾਵਾਂ ਤੋਂ ਹੱਥ ਖਿੱਚਣਾ ਸ਼ੁਰੂ ਕਰਤਾ। ਚਾਹੇ ਉਹ ਪੜ੍ਹਾਈ ਸੀ, ਚਾਹੇ ਉਹ ਹਸਪਤਾਲਾਂ 'ਚ ਇਲਾਜ ਸੀ, ਚਾਹੇ ਉਹ ਕਿਸੇ ਨੂੰ ਕੋਈ ਰਾਹਤ ਦੇਣੀ ਸੀ, ਰਾਸ਼ਨ ਦੇ ਉੱਤੇ ਵੰਡਣਾ ਸੀ। ਉਹਨੂੰ ਉਹਦਾ ਹੱਕ ਸਮਝਣ ਦੀ ਬਜਾਏ ਉਹਨੂੰ ਖਰਾਇਤ ਮੰਨਣਾ ਸ਼ੁਰੂ ਕਰਤਾ ਵੀ ਇਹ ਤਾਂ ਅਸੀਂ ਤੁਹਾਨੂੰ ਖਰਾਇਤ ਦੇ ਰਹੇ। ਉਸ ਸਮੇਂ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਸਹੂਲਤਾਂ ਮਿਲਦੀਆਂ ਸੀ, ਪਰ ਉਹ ਹੱਕ ਸੀ ਉਹਨਾਂ ਦਾ। ਹੁਣ ਉਹਨੂੰ ਸਮਝਿਆ ਜਾਂਦਾ ਵੀ ਖਰਾਇਤ ਦਿੱਤੀ ਜਾਂਦੀ ਹੈ, ਅਤੇ ਖਰਾਇਤ ਨਾਲ ਵੋਟਾਂ ਖਰੀਦਣ ਦਾ, ਕਿਤੇ ਹੁੰਦਾ ਵਿਅਕਤੀਗਤ ਖਰਾਇਤ ਦਿਓ, ਕਿਤੇ ਹੁੰਦਾ ਵੀ ਇੱਕ ਸਾਂਝੀ ਖਰਾਇਤ ਦਿਓ। ਉਹਦੇ ਵਿੱਚ ਕੋਈ ਵੀ ਇਸ ਦੇ ਵਿੱਚ ਬਚਿਆ ਨਹੀਂ ਹੋਇਆ ਖਰਾਇਤ ਲੈਣ ਤੋਂ। ਕਹਿਣ ਨੂੰ ਜਿੰਨਾ ਮਰਜ਼ੀ ਕੋਈ ਕਹਿੰਦਾ ਜੀ ਪੜ੍ਹੇ ਲਿਖੇ ਨਹੀਂ ਲੈਂਦੇ, ਫਲਾਣਾ ਨਹੀਂ ਲੈਂਦਾ। ਮੁਲਾਜ਼ਮ ਕਹਿੰਦੇ ਨਹੀਂ ਵੀ ਸਾਡੇ ਤਨਖਾਹ ਵਧਾ ਦਿਓ ਜੀ, ਤੁਹਾਨੂੰ ਵੋਟ ਪਾ ਦਾਂਗੇ। ਸਰਕਾਰਾਂ ਕਿਉਂ ਤਨਖਾਹਾਂ ਵਧਾਉਂਦੀਆਂ ਨੇ? ਤਨਖਾਹਾਂ ਚੋਣਾਂ ਵੇਲੇ ਕਿਉਂ ਵਧਾਉਂਦੀਆਂ ਨੇ? ਪਹਿਲਾਂ ਰੂਲ ਉਲਟਾ ਬਣਾਉਂਦੀਆਂ ਨੇ, ਫਿਰ ਚੋਣਾਂ ਵੇਲੇ ਬਦਲਦੀਆਂ ਕਿਉਂ ਨੇ? ਕੈਪਟਨ ਅਮਰਿੰਦਰ ਸਿੰਘ ਨੇ ਅਕਤੂਬਰ 2006 'ਚ ਰੂਲ ਬਦਲਿਆ, ਜਿਹੜੇ ਕਿ ਪਹਿਲਾਂ ਆਪ ਉਲਟਾ ਬਣਾਇਆ ਸੀ, ਉਹਨੂੰ ਠੀਕ ਕਰਿਆ ਵੀ ਚੰਗਾ ਸੀ, ਵਾਪਸ ਲੈ ਲਿਆ। ਜਿਵੇਂ ਕਾਨੂੰਨ ਹੁਣ ਵਾਪਸ ਲੈਣੇ ਕੀਤੀ ਦੇ ਇਹਨਾਂ ਨੇ। 2011 'ਚ ਅਕਤੂਬਰ ਦੇ ਵਿੱਚ ਅਕਾਲੀ ਸਰਕਾਰ ਨੇ, ਅਕਾਲੀ BJP ਸਰਕਾਰ ਨੇ ਕਮੇਟੀ ਬਣਾ ਕੇ 2.5 ਗੁਣਾ ਤਨਖਾਹਾਂ ਕਰਤੀਆਂ। 2017 'ਚ ਅਕਾਲੀ BJP ਸਰਕਾਰ ਨੇ 16 'ਚ ਉਹ ਗੱਲਾਂ ਵਾਪਸ ਲੈਣੀਆਂ ਜਿਹੜੀਆਂ ਆਪ ਪਹਿਲਾਂ ਮੁਲਾਜ਼ਮਾਂ ਬਾਰੇ ਬਣੀਆਂ ਸੀ। ਸੋ ਇਹ ਵੀ ਤਾਂ ਰਿਸ਼ਵਤ ਹੀ ਹੈ ਨਾ। ਸੋ ਜਿਹੜਾ ਰੂਟੀਨ 'ਚ ਕੰਮ ਹੋਣਾ ਚਾਹੀਦਾ ਸੀ, ਉਹਨੂੰ ਸਾਰੇ ਕਾਸੇ ਨੂੰ ਚੋਣਾਂ ਨਾਲ ਜੋੜਤਾ, ਦੂਜਿਆਂ ਨੂੰ ਖਰਾਇਤ ਬਣਾਤਾ ਵੀ ਇਹ ਤਾਂ ਤੁਹਾਨੂੰ ਅਸੀਂ ਮੁਫਤ ਦੇ ਰਹੇ ਹਾਂ। ਇਹਦੇ ਨਾਲ ਸਾਡੀ ਜਿਹੜੀ ਲੜਨ ਦੀ ਸ਼ਕਤੀ ਘਟਦੀ ਹੈ, ਬੰਦਾ ਕਮਜ਼ੋਰ ਹੁੰਦਾ ਹੈ, ਅਤੇ ਬੰਦੇ ਨੂੰ ਦਬਾ ਕੇ ਰੱਖਦੇ ਨੇ। ਅਤੇ ਕਿਸਾਨੀ ਦਾ ਕਿਉਂ ਇਹ ਹਾਲ ਹੋਇਆ? ਕਿਸਾਨੀ ਦਾ ਹਾਲ ਹੋਣ ਦਾ ਕਾਰਨ ਇਹ ਹੈ, ਤਿੰਨ ਜਿਹੜੇ ਕਾਨੂੰਨ ਸੀਗੇ ਉਹ ਤਾਂ ਬਿਲਕੁਲ ਹੀ ਉਹਦੇ ਕਫਨ 'ਚ ਕਿੱਲ ਸੀਗੇ। ਉਹਦੀ ਜ਼ਮੀਨ ਖਤਮ ਹੋ ਕੇ ਉਹਨੂੰ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ 'ਚ ਬਿਠਾਉਣ ਦਾ ਨਿਸ਼ਾਨਾ ਸੀ। ਉਹ 5 ਸਾਲ 'ਚ ਹੋਵੇ, 7 ਸਾਲ 'ਚ ਹੋਵੇ, 10 ਸਾਲ 'ਚ ਹੋਵੇ, ਪਰ ਉਹਦੀ ਹਾਲਤ ਮਾੜੀ ਹੈ। ਕਿਸਾਨ ਦੇ ਕੋਲੇ ਜਿੰਨਾ ਕੁਛ ਉਹ ਖਰੀਦਦਾ ਉਹ ਮਹਿੰਗਾ, ਜਿਹੜਾ ਉਹ ਵੇਚਦਾ ਉਹ ਸਸਤਾ। ਆਹ ਝਗੜਾ ਸਾਰਾ ਹੀ। ਉਹ ਕਹਿੰਦਾ ਜੀ ਤਾਂ ਕੋਠੀਆਂ, ਇੱਥੇ ਕਮੇਟੀ ਵੀ ਬਣੀ ਸੀ ਇੱਕ ਪੰਜਾਬ ਵਿਧਾਨ ਸਭਾ, ਉਹਨੂੰ ਨਹੀਂ ਕਹਿੰਦੇ ਵਿਆਹਾਂ 'ਤੇ ਬੜਾ ਖਰਚ ਕਰਦੇ। ਬਹੁਤ ਸਾਰੇ ਲੋਕਾਂ ਨੂੰ ਇਹ ਤਰੀਕਾ ਵੀ ਇਹ ਤਾਂ ਜੀ ਵਿਆਹਾਂ 'ਤੇ ਬੜਾ ਖਰਚ ਕਰਦੇ ਨੇ ਤਾਂ ਕਰਜ਼ਾਈ ਨੇ। ਜਿਹੜੇ ਵਿਆਹਾਂ 'ਤੇ ਖਰਚ ਕਰਨ ਵਾਲੇ ਕਰਜ਼ਾਈ ਨੇ ਤਾਂ ਲੱਖਾਂ ਕਰੋੜਾਂ, ਹਜ਼ਾਰਾਂ ਕਰੋੜਾਂ ਵਾਲੇ ਵੱਡੇ ਨੇ, ਜਿਹੜੇ ਲੈ ਕੇ ਭੱਜ ਜਾਂਦੇ ਨੇ, ਅਤੇ ਜਿਹੜੇ ਮਤਲਬ ਵਿਆਹ ਦੇ ਉੱਤੇ ਵੀ 500-500 ਕਰੋੜ ਰੁਪਇਆ ਖਰਚ ਕਰਦੇ ਨੇ, ਉਹ ਤਾਂ ਉਹ ਨੇ। ਕਿਸਾਨ ਦੇ ਵਿਚਾਰੇ ਨੇ ਕੀ ਕਰਨਾ? ਇਹ ਕਹਿਣਾ ਬੜਾ ਸੌਖਾ ਹੈ। ਜੋ ਵਿਆਹ 'ਤੇ ਇੰਨਾ ਖਰਚਾ ਕਰਦਾ ਹੁੰਦਾ ਫਿਰ ਤਾਂ ਉਹਨੂੰ ਸੁਈਸਾਈਡ ਕਰਨ ਦੀ ਲੋੜ ਹੀ ਨਹੀਂ ਸੀ।
ਜਾਂ ਜੇ ਉਹ ਕਰਜ਼ਾ ਲੈ ਕੇ ਵੀ ਆਪਾਂ ਤਾਂ ਮਾਰ ਲੈਣਾ, ਆਪਾਂ ਨੂੰ ਕੀ ਹੈ, ਜਿਵੇਂ ਬਾਕੀ ਮਾਰਦੇ ਨੇ ਸਾਰੇ ਵੱਡੇ ਟਾਟੇ ਜਿਹੜੇ ਵੱਡੇ ਧੰਨਾ ਸੇਠ ਨੇ, ਉਹ ਕਰਜ਼ਾ ਮਾਰ ਕੇ ਭੱਜਦੀ ਨੇ, ਨਾਲੇ ਇੱਜ਼ਤਦਾਰ ਨੇ। ਕਿਸਾਨ ਤਾਂ ਭਾਈ ਨਹੀਂ ਸਕਦਾ। ਜੇ ਕਿਸਾਨ ਨੇ ਇਹ ਕਰਨਾ ਹੁੰਦਾ ਫਿਰ ਤਾਂ ਢੀਠ ਬਣ ਜਾਂਦਾ, ਕਿਉਂਕਿ ਕਿਸਾਨ 'ਚ ਜੇ ਵੀ ਅਣਖ ਹੈ, ਉਹ ਅਣਖ ਨਹੀਂ ਛੱਡਦਾ ਆਪਦੀ, ਉਸ ਅਣਖ 'ਚੋਂ ਸੁਈਸਾਈਡ ਕਰਦਾ। ਸੋ ਇੱਕ ਤਾਂ ਇਹ ਗੱਲ, ਜਿੰਨੇ ਪੜ੍ਹੇ ਲਿਖੇ, ਜਿਹੜੇ ਮੇਰੇ ਵਰਗੇ ਨੂੰ ਘਰੇ ਬੈਠੇ ਨੂੰ 1.25 ਲੱਖ ਤੋਂ ਉੱਪਰ ਪੈਨਸ਼ਨ ਆ ਜਾਂਦੀਆਂ ਹਰ ਮਹੀਨੇ, ਤੇ ਮੈਨੂੰ ਕੀ ਪਤਾ ਵੀ ਕਿਸਾਨ ਵਿਚਾਰਾ ਜਾਂ ਮਜ਼ਦੂਰ ਵਿਚਾਰਾ ਖੇਤ ਦਾ ਕਿਵੇਂ ਰੋਟੀ ਖਾਂਦਾ। ਮੈਂ ਤਾਂ 100 ਗੱਲਾਂ ਬਣਾ ਸਕਦਾ, ਕਿਉਂਕਿ ਮੈਂ ਪੜ੍ਹਿਆ ਲਿਖਿਆ, ਮੈਨੂੰ ਪੂਰੀ ਪੈਨਸ਼ਨ ਵੀ ਮਿਲਦੀ ਹੈ। ਮੈਂ ਕਿਹੜੀ ਹਿਮਾਲय ਪਰਬਤ ਦੀ ਚੋਟੀ ਸਰ ਕਰੀ ਹੈ ਵੀ ਮੈਨੂੰ ਲੱਖ ਤੋਂ ਉੱਪਰ ਪੈਨਸ਼ਨ ਮਿਲੇ ਹਰ ਮਹੀਨੇ, ਤੇ ਗਰੀਬ ਆਦਮੀ ਨੂੰ ਲੱਖ ਰੁਪਇਆ ਸਾਰੀ ਉਮਰ ਦਾ ਕਰਜ਼ਾ ਉਹਦਾ ਵਾਪਸ ਨਾ ਹੋਵੇ। ਆ ਤਾਂ ਉਸੇ ਸਰਕਾਰ 'ਚ ਰਿਹਾ, ਉਹਨੇ ਨਹੀਂ ਕੰਮ ਕਰਿਆ। ਜੇ ਉਹ ਅਨਾਜ ਨਾ ਪੈਦਾ ਕਰਦਾ ਫਿਰ ਮੈਂ ਇੱਟਾਂ ਖਾ ਕੇ ਗੁਜ਼ਾਰਾ ਕਰ ਦਿੰਦਾ। ਮੈਂ ਵੀ ਤਾਂ ਕੰਮ ਹੀ ਕਰਿਆ ਨਾ, ਪਹਿਲਾਂ ਮੈਨੂੰ ਉਹਨੂੰ ਤਾਂ ਸਿਖਾਇਆ ਵੀ ਨਹੀਂ ਕੰਮ ਕਿਸੇ ਨੇ, ਉਹ ਤਾਂ ਸ਼ੁਰੂ ਤੋਂ ਆਪਦਾ ਆਪੇ ਕਰਦਾ। ਉਹਨੂੰ ਤਾਂ ਜਾਇਦਾਦ ਵੀ ਥੋੜ੍ਹੀ ਕਣੀ, ਚਲੋ ਖੇਤ ਮਜ਼ਦੂਰ ਦੀ ਨਹੀਂ ਹੈ, ਕਿਸਾਨ ਦੀ ਤਾਂ ਜਾਇਦਾਦ ਵੀ ਹੈ ਵਿੱਚ। ਖੇਤ ਮਜ਼ਦੂਰ ਤੇ ਕਿਸਾਨ ਲਗਾਤਾਰ ਕੰਮ ਕਰ ਰਿਹਾ। ਮੈਨੂੰ ਪਹਿਲਾਂ ਤਾਂ ਸਰਕਾਰ ਨੇ ਪੜ੍ਹਾਇਆ, 30 ਸਾਲ ਤੱਕ ਤਾਂ ਪੜ੍ਹਾਉਂਦੇ ਰਹੇ, 25 ਸਾਲ ਦੀ ਉਮਰ ਤੱਕ। ਫਿਰ ਮੈਨੂੰ ਚੰਗੀ ਕੁਰਸੀ ਦੇ ਕੇ ਬਿਠਾਤਾ ਵੀ ਇੱਥੇ ਤੂੰ ਮਰੀਜ਼ਾਂ ਦਾ ਇਲਾਜ ਕਰੀ ਜਾ। ਹੁਣ ਮੈਨੂੰ ਐਡੀ ਵੱਡੀ ਮੋਟੀ ਪੈਨਸ਼ਨ ਦੇ ਰਹੇ ਨੇ। ਮੈਂ ਇਲਾਜ ਹੀ ਕਰਿਆ ਨਾ ਮਰੀਜ਼ਾਂ ਦਾ, ਉਹ ਵੀ ਉਹਨਾਂ ਤੋਂ ਟ੍ਰੇਨਿੰਗ ਲੈ ਕੇ। ਕਿਸਾਨ ਨੂੰ ਤਾਂ ਕਿਸੇ ਨੇ ਟ੍ਰੇਨਿੰਗ ਵੀ ਨਹੀਂ ਦਿੱਤੀ, ਸਾਰੀ ਉਮਰ ਉਹਨੇ ਅਨਾਜ ਪੈਦਾ ਕਰਕੇ ਦਿੱਤਾ, ਤੇ ਉਹਨੂੰ ਕੋਈ ਪੈਨਸ਼ਨ ਨਹੀਂ। ਉਹਨੂੰ ਜੇ ਪੈਨਸ਼ਨ ਦਿੱਤੀ ਜਾਂਦੀ ਹੈ 1500 ਰੁਪਈਆ, ਉਹ ਵੀ ਬੁਢਾਪਾ, ਤੇ ਉਹ ਕਹਿੰਦੇ ਖਰਾਇਤ ਹੈ। ਮੇਰਾ ਇਹ ਸਵਾਲ, ਸੋ ਜਿਹੜਾ ਇਹ ਸਮਾਜ ਨੇ ਕਿਸਾਨ ਨੂੰ, ਮਜ਼ਦੂਰ ਨੂੰ, ਪੇਂਡੂ ਅਰਥਚਾਰੇ ਨੂੰ ਥੱਲੇ ਦੱਬਿਆ ਹੈ, ਜ਼ਿੰਮੇਵਾਰ ਉਹ ਸਮਾਜ ਹੈ। ਉਹਦੇ 'ਚ ਪੜ੍ਹੇ ਲਿਖੇ ਵੀ ਨੇ, ਉਹਦੇ 'ਚ ਸਰਕਾਰਾਂ ਵੀ ਨੇ, ਉਹਦੇ 'ਚ ਸਿਆਸਤਦਾਨ ਵੀ ਨੇ, ਉਹਦੇ 'ਚ ਬਹੁਤ ਸਾਰੇ ਬੁੱਧੀਜੀਵੀ ਵੀ ਨੇ। ਅੱਛਾ ਸਰ, ਤੁਸੀਂ ਹੋਰ ਵੀ ਜ਼ਿਕਰ ਕਰ ਰਹੇ ਸੀ 80-85 ਖੁਦਕੁਸ਼ੀਆਂ ਜੇ ਵੱਧ ਰਹੀਆਂ ਨੇ। ਹੁਣ ਛਿੜ ਜਾਂਦੀ ਚਰਚਾ, ਗੋਦੀ ਮੀਡੀਆ ਵੀ ਗੱਲ ਰੱਖ ਦਿੰਦਾ ਵੀ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਵੀ ਵਿਆਹ ਕਰਾਉਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਕਿਸਾਨ ਕੋਲ, ਕਿ ਉਹਨਾਂ ਦੇ ਘਰ ਵਿੱਚ ਵੀ ਝਾਕੀ ਮਾਰ ਕੇ ਦੇਖੀ ਹੈ। ਜੇ ਦੂਸਰੇ ਪਾਸੇ ਕਹਿ ਲਈਏ ਵੀ ਪ੍ਰਾਈਵੇਟਕਰਨ ਹੋਣ ਲੱਗ ਪਿਆ ਬੜੀ ਤੇਜ਼ੀ ਨਾਲ, 85-90 ਦੇ ਦੌਰ ਵਿੱਚ ਪ੍ਰਾਈਵੇਟਕਰਨ ਹੋਣ ਲੱਗ ਪਿਆ, ਹਸਪਤਾਲ ਪ੍ਰਾਈਵੇਟ ਆਉਣ ਲੱਗ ਪਿਆ, ਜਿੱਥੇ ਡਿਸਪੈਂਸਰੀਆਂ 'ਚ ਇਲਾਜ ਫਰੀ ਹੁੰਦਾ ਸੀ, ਸਕੂਲ 'ਚ ਫਰੀ ਪੜ੍ਹਾਈ ਹੁੰਦੀ ਸੀ, ਬਾਅਦ 'ਚੋਂ ਸਕੂਲ ਪ੍ਰਾਈਵੇਟ ਬਣ ਗਏ। ਪ੍ਰਾਈਵੇਟਕਰਨ ਹੁੰਦਾ ਗਿਆ, ਕਿਸਾਨ ਦੀ ਆਮਦਨ ਨਹੀਂ ਵਧੀ, ਕਿਸਾਨ ਦੀ ਆਮਦਨ ਉੱਥੇ ਖੜ ਕੇ ਰਹਿ ਗਈ, ਇਸ ਕਰਕੇ ਖੁਦਕੁਸ਼ੀਆਂ ਹੋ ਰਹੀਆਂ ਨੇ। ਨਹੀਂ, ਇਹਨੂੰ ਐਂ ਨਹੀਂ ਕਹਿ ਸਕਦੇ ਵੀ ਆਮਦਨ ਵਧੀ ਨਹੀਂ, ਆਮਦਨ ਅਸਲ ਨਹੀਂ ਵਧੀ। ਕਿਵੇਂ ਹੋਇਆ ਉਹ ਵੀ ਥੋੜ੍ਹੀ ਜਿਹੀ ਮੈਂ ਗੱਲ ਕਹਾਂ। ਜਿਹੜਾ ਡੀਜ਼ਲ ਸੀ ਉਹ ਇੰਜਨਾਂ 'ਚ ਪੈਂਦਾ ਸੀ, ਕਿਰਲੋਸਕਰ ਦੇ ਇੰਜਨ ਹੁੰਦੇ ਸੀ, ਜਾਂ ਟਰੈਕਟਰਾਂ 'ਚ ਪੈਂਦਾ ਸੀ। ਦੋ ਹੀ ਚੀਜ਼ਾਂ ਹੁੰਦੀਆਂ ਸੀ ਜ਼ਿਆਦਾ, ਜਿਹੜੀਆਂ ਆਪਦੀਆਂ ਹੁੰਦੀਆਂ ਸੀ ਕਿਸਾਨ ਦੀਆਂ। ਉਹ 1970 'ਚ 40 ਪੈਸੇ ਲੀਟਰ ਸੀ। ਮੈਂ ਖੁਦ ਉਹ ਡੀਜ਼ਲ ਵੇਚਦਾ ਰਿਹਾ। ਮਿੱਟੀ ਦਾ ਤੇਲ 35 ਪੈਸੇ ਲੀਟਰ ਸੀ, ਔਰ ਕਈ ਵਾਰ ਉਹ ਡੀਜ਼ਲ ਨਹੀਂ ਪਾਉਂਦੇ ਸੀ, ਮਿੱਟੀ ਦੇ ਤੇਲ 'ਚ ਮੁਗਲਾਰ ਲਾ ਕੇ ਪਾਉਂਦੇ ਸੀ। ਮਿੱਟੀ ਦਾ ਤੇਲ 35 ਪੈਸੇ ਲੀਟਰ ਹੁੰਦਾ, ਮੁਗਲਾਰ 2 ਰੁਪਏ ਲੀਟਰ ਹੁੰਦਾ। ਮੁਗਲਾਰ ਬਹੁਤ ਥੋੜ੍ਹਾ ਪੈਂਦਾ ਸੀ, ਢੋਡੀ 'ਚ 1 ਲੀਟਰ ਪਾ ਲਿਆ ਜਾਂ 2 ਲੀਟਰ 20 ਲੀਟਰ 'ਚ। ਸੋ ਉਹ 40 ਪੈਸੇ ਲੀਟਰ ਵਾਲਾ ਤੇਲ ਅੱਜ 80 ਰੁਪਏ ਹੋ ਗਿਆ। ਸੋ 200 ਗੁਣਾ ਹੋ ਗਿਆ ਭਾਅ। ਇੱਦਾਂ ਹੀ ਯੂਰੀਆ ਦਾ ਭਾਅ 1400 ਰੁਪਏ ਦਾ ਥੱਲੇ ਹੋ ਗਿਆ, ਜਿਹੜਾ ਉਦੋਂ 5-7 ਰੁਪਏ ਦਾ। ਸੋ ਜਦ ਤੁਸੀਂ ਉਹ ਭਾਅ ਇਸ ਤਰੀਕੇ ਨਾਲ ਵਧਾਤੇ, ਜਿਹੜੀਆਂ ਫਸਲਾਂ ਦੀਆਂ ਕੀਮਤਾਂ ਨੇ, ਕਹਿੰਦਾ ਜੀ ਝਾੜ ਵੱਧ ਗਿਆ, ਹੋਰ ਵੱਧ ਗਿਆ, ਜਿਹੜੀ ਸਾਰਾ ਝਾੜ ਵੱਧ ਕੇ, ਭਾਅ ਵੱਧ ਕੇ, ਸਾਰਾ ਕੁਝ ਵੱਧ ਕੇ 80 ਗੁਣਾ ਹੋਇਆ ਰੇਟ। ਜੋ ਪੈਸੇ 1 ਰੁਪਈਆ ਜਿਹੜੀ ਚੀਜ਼ ਦਾ ਜਿੰਨਾ ਮਿਲਦਾ ਸੀ ਕਿਸਾਨ ਨੂੰ ਉਦੋਂ, ਹੁਣ ਉਹਨੂੰ 80 ਮਿਲਦੇ ਨੇ। ਪਰ ਜਿਹੜੀ ਚੀਜ਼ ਤੋਂ ਉਦੋਂ 1 ਰੁਪਈਆ ਖਰਚਦਾ ਸੀ, ਉਹ 'ਤੇ ਹੁਣ ਖਰਚ 200 ਰਿਹਾ ਹੈ। ਸੋ ਇਹਨਾਂ ਤਾਂ ਗਰੀਬ ਹੋਣਾ ਹੀ ਹੋਣਾ। ਇਸੇ ਤਰ੍ਹਾਂ ਹੀ ਕੁਛ ਚੀਜ਼ਾਂ ਨੂੰ ਮੁਫਤ, ਜਿਵੇਂ ਤੁਸੀਂ ਕਿਹਾ ਹੀ ਹੈ, ਡਿਸਪੈਂਸਰੀ 'ਚ ਇਲਾਜ ਹੋ ਜਾਂਦਾ ਸੀ। ਮੈਂ ਨਹੀਂ ਕਦੇ ਦੇਖਿਆ ਸੀ ਬਹੁਤਾ ਵੱਡੇ ਹਸਪਤਾਲ ਜਾਣਾ ਪਵੇ। ਸਾਡੇ ਬਚਪਨ 'ਚ ਅਸੀਂ ਦੇਖਿਆ ਸੀ, ਜਿਹੜਾ ਵੀ ਰਜਿੰਦਰਾ ਹਸਪਤਾਲ ਪਹੁੰਚ ਗਿਆ ਉੱਥੋਂ ਤਾਂ ਜੀ ਮਰ ਕੇ ਆਉਂਦਾ, ਕਿਉਂਕਿ ਜ਼ਿਆਦਾ ਤੰਗੀ 'ਚ ਪਹੁੰਚਦੇ ਸੀ। ਪਰ ਗਿਣਤੀ ਚੁਣਤੀ ਦੇ 3000 ਆਬਾਦੀ ਦਾ ਪਿੰਡ ਸੀ ਉਦੋਂ, ਕਿਉਂਕਿ 21 ਸਾਲ 'ਤੇ ਵੋਟ ਦਾ ਅਧਿਕਾਰ ਸੀ। 1500 ਵੋਟ ਸੀ ਸਾਡੇ ਪਿੰਡ ਦੀ, 1400। ਉਸ ਵਕਤ ਮੈਂ ਸਕੂਲ 'ਚ ਪੜ੍ਹਦੇ ਹੋਏ ਦੇਖਿਆ ਬਈ ਰਜਿੰਦਰਾ ਹਸਪਤਾਲ 'ਚ ਕੋਈ ਜਾਣਾ ਪੈਂਦਾ ਸੀ, ਇਲਾਜ ਹੋ ਜਾਂਦਾ ਸੀ। ਅੱਲਾ ਲਈ ਵੱਧ ਤੋਂ ਵੱਧ ਬਈ ਸੰਗਰੂਰ ਹਸਪਤਾਲ ਹੈ ਡਿਸਟ੍ਰਿਕਟ ਦਾ, ਉੱਥੇ ਜਾ ਕੇ ਕਰਾ ਲਓ ਬਸ, ਉਹ ਮੁਫਤ ਇਲਾਜ ਹੁੰਦਾ ਸੀ, ਕੋਈ ਪੈਸਾ ਨਹੀਂ ਲੱਗਦਾ ਸੀ। ਲੋਕ ਉੱਥੇ ਚੁੱਲ੍ਹਾ ਜਾ ਫੜ ਕੇ ਆਪਦੀ ਰੋਟੀ ਲਾ ਲੈਂਦੇ ਸੀ। ਸੋ ਉਹਦਾ ਇਲਾਜ ਖਤਮ ਹੋ ਗਿਆ। ਸਕੂਲਾਂ 'ਚ ਪ੍ਰਾਈਵੇਟ ਸਕੂਲ ਤਾਂ ਐਡੇ ਹੈ ਹੀ ਨਹੀਂ ਸੀਗੇ। ਪ੍ਰਾਈਵੇਟ ਸਕੂਲ ਤਾਂ ਉਦੋਂ ਤਾਂ ਦਾਖਲ ਹੁੰਦਾ ਸੀ ਬੱਚਾ ਜਿਹਨੂੰ ਸਰਕਾਰੀ 'ਚ ਦਾਖਲਾ ਨਹੀਂ ਮਿਲਦਾ ਸੀ, ਜਾਣੀ ਕਿ ਜਿਹੜਾ ਬੱਚੇ ਕਮਜ਼ੋਰ ਸੀ ਉਹ ਪ੍ਰਾਈਵੇਟ ਜਾਂਦੇ ਸੀ। ਸਾਡੇ ਸੰਗਰੂਰ 3 ਸਕੂਲ ਪ੍ਰਾਈਵੇਟ ਹੁੰਦੇ ਸ਼ਹਿਰ 'ਚ, ਮੈਂ ਤਾਂ ਪਿੰਡ 'ਚ ਰਹਿੰਦਾ ਸੀ। ਉਹ 3 'ਚ ਉਹ ਬੱਚੇ ਦਾਖਲ ਹੁੰਦੇ ਸੀ ਜਿਨ੍ਹਾਂ ਨੂੰ ਉੱਥੇ ਸਰਕਾਰੀ ਸਕੂਲ ਦਾਖਲਾ ਨਾ ਮਿਲਦਾ, ਯਾਨੀ ਕਿ ਸਰਕਾਰੀ ਸਕੂਲ ਜ਼ਿਆਦਾ ਵਧੀਆ ਸੀਗੇ। ਮਜਬੂਰੀ 'ਚ ਪ੍ਰਾਈਵੇਟ 'ਚ ਜਾਂਦਾ ਸੀ ਉਹ, ਜੇ ਦਾਖਲਾ ਨਹੀਂ ਮਿਲਦਾ।
ਹੁਣ ਉਲਟਾ ਕਰਤਾ, ਸਰਕਾਰੀ ਸਕੂਲਾਂ ਦਾ ਹਾਲ ਮਾੜਾ ਕਰਤਾ। ਅਸੀਂ ਤਾਂ ਸਰਕਾਰੀ ਸਕੂਲਾਂ 'ਚ ਪੜ੍ਹਿਆ, ਅਸੀਂ ਤਾਂ ਬੋਰੀ ਘਰੋਂ ਲੈ ਕੇ ਜਾਂਦੇ ਸੀ, ਬੈਠਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਸੀ। ਪਰ ਇਹ ਥੋੜ੍ਹਾ ਵੀ ਸਾਡੀ ਪੜ੍ਹਾਈ ਚੰਗੀ ਨਹੀਂ ਸੀ, ਪੜ੍ਹਾਈ ਵਧੀਆ ਸੀ। ਹੁਣ ਪੜ੍ਹਾਈ ਮਾੜੀ ਹੋ ਗਈ। ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਘਰ ਤਾਂ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ। ਅੱਜ ਘਰ ਪੱਕੇ ਨੇ, ਰਿਸ਼ਤੇ ਕੱਚੇ ਨੇ। ਇੱਦਾਂ ਹੀ ਉਦੋਂ ਸਕੂਲ ਕੱਚੇ ਸੀ, ਪੜ੍ਹਾਈ ਪੱਕੀ ਸੀ। ਹੁਣ ਪੜ੍ਹਾਈ ਕੱਚੀ ਹੈ, ਸਕੂਲ ਪੱਕੇ ਨੇ। ਇਹ ਹਸਪਤਾਲਾਂ ਦਾ ਹਾਲ ਹੈ। ਸੋ ਇਹ ਜਿਹੜਾ ਕਿਸਾਨ ਨੂੰ ਜੋ ਕੁਝ ਸੁਵਿਧਾਵਾਂ ਮਿਲਦੀਆਂ ਸੀ, ਸੇਵਾਵਾਂ, ਉਹ ਖਤਮ ਹੋ ਗਈਆਂ। ਖਰਚੇ ਉਹਦੇ ਵਧਾਤੇ, ਵਿਆਹਾਂ ਦੇ ਨਹੀਂ, ਆਹ ਚੀਜ਼ਾਂ ਦੇ, ਖੇਤੀ ਕਰਨ ਦੇ ਖਰਚੇ ਵਧਾਤੇ, ਅਤੇ ਉਹਦੀ ਜਿਹੜੀ ਉਪਜ ਸੀ ਉਹ ਸਸਤੀ ਹੋਈ। ਇਹੀ ਕਿਸਾਨ ਦਾ ਮੈਂ ਕਹਿਣਾ ਵੀ ਕਿਸਾਨ ਦਾ ਝਗੜਾ ਕਿੱਥੇ ਹੈ? ਕਿਸਾਨ ਦਾ ਝਗੜਾ ਇਹ ਹੈ, ਮਜ਼ਦੂਰ ਦਾ ਝਗੜਾ ਇਹ ਹੈ ਵੀ ਮੈਂ ਇੱਥੋਂ ਦਾ ਸ਼ਹਿਰੀ ਹਾਂ, ਇੱਥੋਂ ਦਾ ਨਾਗਰਿਕ ਹਾਂ, ਮੈਂ ਦਿਨ ਰਾਤ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦਾ। ਤੁਸੀਂ ਮੈਨੂੰ, ਮੇਰੀ ਤਾਂ ਕਣਕ ਤੁਸੀਂ ਆਪੇ ਚੁੱਕ ਲਓ ਸਾਰੀ, ਮੈਨੂੰ ਤਾਂ MSP ਦੀ ਲੋੜ ਹੀ ਨਹੀਂ ਹੈ। ਤੁਸੀਂ ਮੈਨੂੰ ਕਣਕ ਪ੍ਰੋਡਿਊਸ ਕਰਨ ਵਾਸਤੇ ਸਾਰਾ ਸਮਾਨ ਆਪੇ ਦੇ ਦਿਓ, ਮੈਂ ਆਪਦੀ ਫਸਲ 'ਤੇ ਮਿਹਨਤ ਕਰਕੇ ਪ੍ਰੋਡਿਊਸ ਕਰੀ ਜਾਊਂਗਾ, ਆਪਦੀ ਜ਼ਮੀਨ 'ਤੇ ਜਾਂ ਜਿਹੜਾ ਦਿਹਾੜੀ ਕਰੂ ਦਿਹਾੜੀ ਕਰਕੇ। ਤੁਸੀਂ ਮੈਨੂੰ ਕਿੰਨੇ ਕੱਪੜੇ ਚਾਹੀਦੇ ਨੇ, ਮਕਾਨ ਚਾਹੀਦਾ, ਬੱਚਿਆਂ ਨੂੰ ਪੜ੍ਹਾਈ ਚਾਹੀਦੀ ਹੈ, ਰੋਟੀ ਚਾਹੀਦੀ ਹੈ, ਅਤੇ ਫਿਰ ਜਿਹੜਾ ਇਲਾਜ ਚਾਹੀਦਾ ਬਿਮਾਰ ਹੋਣ 'ਤੇ, ਬੁਢਾਪੇ 'ਚ ਸੁਰੱਖਿਆ ਚਾਹੀਦੀ ਹੈ, ਵਾਹਨ ਚਾਹੀਦਾ ਜਾਣ ਆਉਂਦਾ, ਉਹ ਤੁਸੀਂ ਮੈਨੂੰ ਦੇ ਦਿਓ। ਹੁਣ ਤਾਂ ਕੋਈ ਇਤਰਾਜ਼ ਨਹੀਂ। ਅੱਜ ਉਦੋਂ ਇਹ ਕਹਿ ਕੇ ਕਿ ਅਸੀਂ ਤੈਨੂੰ ਬਹੁਤ ਕੁਛ ਦੇ ਰਹੇ ਹਾਂ, ਉਹਨੂੰ ਮਿਲਦਾ ਫਿਰ ਨਹੀਂ, ਨਾਲੇ ਕਿਹਾ ਜਾਂਦਾ ਵੀ ਬਹੁਤ ਕੁਛ ਦੇ ਰਹੇ ਹਾਂ। ਸਰ MSP ਦੀ ਗੱਲ ਕਰੀਏ, ਹੁਣ 3 ਕਾਨੂੰਨ ਤਾਂ ਰੱਦ ਹੋ ਗਏ ਨੇ। ਕਿਸਾਨ ਕਹਿੰਦੇ ਨੇ, 32 ਜਥੇਬੰਦੀਆਂ ਵੀ ਕਹਿ ਰਹੀਆਂ ਨੇ, MSP ਜਦ ਤੱਕ ਸਾਨੂੰ ਗਰੰਟੀ ਨਹੀਂ ਮਿਲਦੀ ਅਸੀਂ ਇੱਥੋਂ ਉੱਠ ਕੇ ਜਾਣ ਵਾਲੇ ਨਹੀਂ ਹੈਗੇ। MSP 'ਤੇ ਕਿਉਂਕਿ ਬੜੀ ਚਰਚਾ ਹੋ ਚੁੱਕੀ ਹੈ ਇਸ ਉੱਪਰ, MSP ਦੀ ਗਰੰਟੀ ਕਿਉਂ ਮੰਗਦੇ ਆ ਕਿਸਾਨ? ਜੋ 32 ਜਥੇਬੰਦੀਆਂ ਕਹਿ ਰਹੀਆਂ ਨੇ, ਕੀ ਲੋੜ ਹੈ ਉਸ ਉੱਪਰ? MSP ਦੇ ਉੱਤੇ ਖਰੀਦ ਯਕੀਨੀ ਬਣਾਓ। ਇਹ ਨਹੀਂ ਹੈ ਕਿ ਉੱਥੋਂ ਫਸਲ ਮੁੜਨੀ ਪਊਗੀ। ਜਦ ਖਰੀਦ ਯਕੀਨੀ ਬਣਾਤੀ, ਫਿਰ ਮੁੜਨ ਵਾਲਾ ਤਾਂ ਸਵਾਲ ਖਤਮ ਹੋ ਗਿਆ। ਉਹਨੂੰ ਖਰੀਦਦਾ ਕੌਣ ਆ, ਉਹ ਸਰਕਾਰ ਦੇਖੂਗੀ। ਪਰ ਖਰੀਦ ਯਕੀਨੀ ਬਣਾਓ ਔਰ MSP 'ਤੇ ਬਣਾਓ। ਸੋ ਨਾ ਤਾਂ ਭਾਅ ਦਾ ਸਵਾਲ ਹੈ। ਸੋ ਜਦ ਅਸੀਂ ਓਪਨਿੰਗ ਪਹਿਲਾਂ ਲਿਖਦਾ, ਇਹਦਾ ਮਤਲਬ ਅਸੀਂ ਉਹਨਾਂ ਦੇ ਤਾਂ ਉਲਟ ਲਿਖਤਾ ਨਾ, ਜਿਹੜੀ ਉਹਨਾਂ ਦੀ ਮੰਗ ਹੈ। ਅਸੀਂ ਤਾਂ ਨਵਾਂ ਵਿਆਹ 'ਚ ਬੀਜ ਦਾ ਲੇਖਾ ਪਾਤਾ। ਦੂਜਾ ਉਹਨਾਂ ਦੀ ਮੰਗ ਇਹ ਹੈ ਕਿ ਜਿਹੜਾ ਤੁਸੀਂ MSP ਤੈਅ ਕਰਦੇ ਹੋ, ਇਹਦੇ ਤੁਸੀਂ ਝੋਲ ਰੱਖਦੇ ਹੋ। ਤੁਹਾਡੇ ਆਪਦੇ ਕਮਿਸ਼ਨ ਨੇ, ਜਿਹਦੀ ਮੀਨਾ ਸਿੰਘ ਕਮਿਸ਼ਨ ਤੁਸੀਂ ਗੱਲ ਕਰੀ ਹੈ, ਉਹਨੇ ਕਿਹਾ ਵੀ ਇੱਦਾਂ ਤੈਅ ਕਰਨੀ ਹੈ। ਤੁਸੀਂ ਬਾਕੀ ਸ਼ਰਤਾਂ ਤਾਂ ਨਹੀਂ ਲਾਗੂ ਕਰਦੇ, ਘੱਟੋ ਘੱਟ ਇਹ ਤਾਂ ਲਾਗੂ ਕਰ ਦਿਓ। ਉਹਦਾ ਫਾਰਮੂਲਾ C2 + FL। FL ਦਾ ਮਤਲਬ ਫੈਮਿਲੀ ਲੇਬਰ। ਇਹ A2 ਨਾਲ ਦਿੰਦੇ ਨੇ। ਉਹਦੇ 'ਚ ਕੀ ਹੈ, ਉਹਦੇ ਜਿਹੜੀ ਸੰਦਾਂ ਦੀ ਘਸਾਈ ਹੈ, ਜਿਹੜੀ ਉਹਨੇ ਜ਼ਮੀਨ ਦਾ ਮਤਲਬ ਕੋਈ ਮੁੱਲ ਹੈ, ਉਹਦਾ ਵਿਆਜ ਜਾਂ ਜੋ ਵੀ ਹੈ, ਉਹ ਕੁਛ ਨਹੀਂ ਲਾਇਆ ਜਾਂਦਾ। ਹੁਣ ਇਹ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ, ਇਹ ਰੱਖੀ ਕਿਵੇਂ ਜਾਂਦੀ ਹੈ? ਜਿਹੜੀ ਜਿੱਥੇ ਝੋਲ ਹੈ, ਰੱਖੀ ਇਹ ਜਾਂਦੀ ਹੈ ਕਿ ਜੇ ਅਸੀਂ ਦੇਖਣਾ ਹੈ ਕਿ ਲੋਕਾਂ ਨੂੰ ਸਸਤਾ ਅਨਾਜ ਦੇਣਾ, ਅਸੀਂ ਦੇਖਣਾ ਸਰਕਾਰ ਕੋਲ ਪੈਸੇ ਕਿੰਨੇ ਕੁ ਨੇ। ਜਿਹਦੇ ਦਵਾਈਆਂ ਦੇਣੀਆਂ, ਜਿਹਦੇ ਪਾਣੀ ਦੀ ਬੋਤਲ, ਜਿੱਦਾਂ ਵੱਡੇ ਇੰਡਸਟਰੀ ਸੀ ਪਾਣੀ ਦੀ ਬੋਤਲ ਦਾ ਪੈਸਾ ਤੈਅ ਕਰਨਾ, ਉਹਦੇ ਦੇਖਦੇ ਨੇ ਵੀ ਇਹ ਪਾਣੀ ਲੋਕਾਂ ਨੂੰ ਤਾਂ ਹੋਈ, ਪਾਣੀ ਤਾਂ ਕੁਦਰਤੀ ਦਾ ਸੀ, ਮੁਫਤ ਮਿਲਣਾ ਚਾਹੀਦਾ ਸੀ, ਵੀ ਇਹ ਪਾਣੀ ਕਿਵੇਂ ਮਿਲੂਗਾ? ਉਹਦੇ ਦੇਖਿਆ ਕਦੇ 20 ਰੁਪਏ ਲੀਟਰ ਪਾਣੀ ਦੀ ਬੋਤਲ ਕਿਉਂ ਵਿਕੇ ਬਈ? ਦੁੱਧ ਤਾਂ ਵਿਕਦਾ ਕਿਸਾਨ ਦਾ 28 ਰੁਪਏ ਲੀਟਰ, ਅਤੇ ਪਾਣੀ ਦੀ ਬੋਤਲ ਅਮੀਰ ਦੀ ਹੈ ਉਹ ਜਿਹੜੀ ਹੈਗੀ ਹੈ ਉਹ 20 ਰੁਪਏ ਦੀ ਲੀਟਰ ਵਿਕਦੀ ਹੈ। ਫਿਰ ਇਹਦਾ ਮਤਲਬ ਭਾਅ ਤੈਅ ਕਰਨ ਵਾਲਿਆਂ ਦਾ ਵੀ ਉਹ ਹੈ। ਕੋਈ ਅਰਥ ਸ਼ਾਸਤਰੀ ਇਸ 'ਤੇ ਗੱਲ ਨਹੀਂ ਕਰਦਾ। ਇਹ ਗੱਲ ਕਰੇ ਨਾ ਵੀ ਆਹ ਬੋਤਲ ਦੱਸੋ ਪਾਣੀ ਦੀ ਕਿਵੇਂ ਇਸ ਭਾਅ ਵੇਚਦੇ ਹੋ, ਖੁਦ ਹੋ ਕੇ ਪੀਂਦੇ ਨੇ ਉਹ, ਕਾਨਫਰੰਸ 'ਚ ਬਹਿੰਦੇ ਨੇ। ਇੰਨੀ ਕੁ ਬੋਤਲ ਜੀ ਉਹ 6-7 ਰੁਪਏ ਦੀ ਹੁੰਦੀ ਆ, ਪਤਲੀ ਜਿਹੀ ਛੋਟੀ ਜਿਹੀ ਜਿਹੜੀ ਹੁੰਦੀ ਆ, ਐਡਾ ਕੁ ਗਲਾਸ ਜਿਹਾ ਹੁੰਦਾ, ਉਹ ਵੀ ਚਾਹੇ 4-5 ਦਾ। ਕਿਉਂਕਿ ਮੈਂ ਤਾਂ ਨਾ ਪੀਂਦਾ, ਨਾ ਖਰੀਦਦਾ, ਨਾ ਮੇਰੇ ਘਰ ਖਰੀਦਿਆ ਜਾ ਸਕਦਾ ਇਹ। ਅਸੀਂ ਤਾਂ ਸਧਾਰਨ ਪਾਣੀ ਪੀਂਦੇ ਟੂਟੀ ਦਾ। ਅਤੇ ਉਹ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਅਰਥ ਸ਼ਾਸਤਰੀ ਤੇ ਗੱਲ ਕਿਉਂ ਨਹੀਂ ਕਰਦੇ ਵੀ ਆਹ ਪਾਣੀ ਤੁਸੀਂ ਇਸ ਭਾਅ ਵੇਚਦੇ ਹੋ ਅਤੇ ਕਿਸਾਨ ਨੇ ਤਾਂ ਮਰਨਾ ਹੀ ਮਰਨਾ। ਤੁਸੀਂ ਕਿਸਾਨ ਨੂੰ ਰੌਲਾ ਪਾਈ ਜਾਂਦੇ ਹੋ। ਦੂਜਾ ਤੁਸੀਂ ਕਹਿੰਦੇ ਨਹੀਂ ਅੰਨ ਤਾਂ ਮੁਲਕ ਨੂੰ ਦੇਣਾ, ਹਾਲਾਂਕਿ ਪਾਣੀ ਬਿਨਾਂ ਵੀ ਲੋਕ ਤਾਂ ਪਾਣੀ ਦੀ ਘਾਟ ਨਾਲ ਮਰਦੇ ਨੇ ਹਸਪਤਾਲਾਂ 'ਚ। ਭੋਜਨ ਦੀ ਕਮੀ ਕਰਕੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ, ਪਾਣੀ ਦੀ ਕਮੀ ਕਰਕੇ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸਭ ਕਹਿੰਦੇ ਪਾਣੀ ਘਟ ਗਿਆ ਜੀ ਇਹਦਾ, ਤੁਸੀਂ ਸੁਣਿਆ ਹੀ ਹੋਊਗਾ। ਦੂਜੀ ਗੱਲ ਇਹ ਹੈ ਵੀ ਜਦ ਤੁਸੀਂ ਦਵਾਈਆਂ ਜਿਹੜੀਆਂ ਨੇ ਜ਼ਰੂਰੀ ਦਵਾਈਆਂ, ਉਹ ਤਾਂ ਜੀਵਨ ਬਚਾਉਂਦੀਆਂ ਨੇ, ਉਹਨਾਂ ਦੇ ਤਾਂ 100% ਮੁਨਾਫਾ ਦਿੰਦੀ ਹੈ ਸਰਕਾਰ ਤੈਅ ਕਰਨ ਵੇਲੇ, ਮੁੱਲ ਤੈਅ ਕਰਨ ਵੇਲੇ। ਵੀ ਜੇ 1 ਰੁਪਏ 'ਚ ਦਵਾਈ ਬਣੀ ਆ, ਉਹ ਦਵਾਈ ਦੇ ਵਿੱਚ ਪਤਾ ਕੀ ਕੁਛ ਪਾਉਂਦੇ ਨੇ? ਕੱਚਾ ਮਾਲ, ਪੱਕਾ ਮਾਲ, ਉਹਨੂੰ ਵੇਚਣ ਦੀ ਕੀਮਤ, ਉਹਨੂੰ ਪੈਕ ਕਰਨ ਦੀ ਕੀਮਤ, ਉਹਦੇ ਜਿਹੜਾ ਉਹ ਕਾਗਜ਼ਾਂ ਪਾਉਂਦੇ ਨੇ ਉਹਦੀ ਕੀਮਤ, ਜਿਹੜਾ ਉਹਦਾ ਇਸ਼ਤਿਹਾਰਬਾਜ਼ੀ ਕਰਦੇ ਨੇ ਉਹਦੀ ਕੀਮਤ, ਸਾਰਾ ਕੁਛ ਰਲਾ ਕੇ 100% ਪ੍ਰੋਫਿਟ। ਹਾਲਾਂਕਿ ਉਹ ਡੱਬੀ ਤਾਂ ਆਪ ਬਣਾ ਹੀ ਨਹੀਂ ਰਿਹਾ, ਡੱਬੀ ਤਾਂ ਕੋਈ ਹੋਰ ਬਣਾ ਕੇ ਦੇ ਰਿਹਾ।
ਉਹ ਲਿਟਰੇਚਰ ਜਾਂ ਕੋਈ ਹੋਰ ਛਾਪ ਕੇ ਦੇ ਰਿਹਾ ਤੇ ਜਿਹੜਾ ਉਹ ਸ਼ੀਸ਼ੀ ਹੈ ਉਹ ਵੀ ਕੋਈ ਹੋਰ ਬਣਾ ਕੇ ਦੇ ਰਿਹਾ। ਉਹਦੇ ਉੱਤੇ ਵੀ ਉਹਨੂੰ ਯਾਨੀ ਕਿ ਜੇ ਉਹਨੇ ਆਪ ਸ਼ੀਸ਼ੀ ਦਵਾਈ ਪਾਉਣ ਵਾਸਤੇ 1 ਰੁਪਏ ਦੀ ਖਰੀਦੀ ਹੈ, ਉਹ ਸ਼ੀਸ਼ੀ 1 ਰੁਪਏ ਮੁਨਾਫਾ ਦੇ ਦੇਣਾ ਉਹਨੂੰ। ਉਹਦਾ ਵੀ ਮੁੱਲ ਉਹੀ ਕੈਮੀਕਲ ਐਂਡ ਫਰਟੀਲਾਈਜ਼ਰ ਮਿਨਿਸਟਰੀ ਤੈਅ ਕਰਦੀ ਹੈ, ਇਹ ਵੀ ਉਹੀ ਕਰਦੀ ਹੈ। ਫਿਰ ਇਹ ਹੇਰਾਫੇਰੀ ਕਿਉਂ? ਉਹਦਾ ਮੁੱਲ ਕਿਵੇਂ ਹੋ ਜਾਂਦਾ ਹੈ ਵੀ ਉਹਦਾ ਕਾਗਜ਼ ਵੀ, ਸ਼ੀਸ਼ੀ ਵੀ, ਡੱਬੀ ਵੀ, ਵੇਚਣ ਦੇ ਖਰਚੇ ਵੀ, ਕੱਚਾ ਮਾਲ ਵੀ, ਫੈਕਟਰੀ ਦੀ ਘਸਾਈ ਵੀ, ਉਹ ਕਿਉਂ? ਕਿਸਾਨ ਕਿਉਂ ਨਹੀਂ ਕਰ ਸਕਦੇ? ਕਿਸਾਨ ਵੀ ਤਾਂ ਕਰ ਹੀ ਸਕਦੇ ਨੇ। ਉਹ ਨਹੀਂ ਉਹਦੇ ਵਾਸਤੇ ਸਾਰਾ ਕੁਝ ਗਿਣਿਆ ਜਾਂਦਾ ਹੈ। ਇੱਥੇ ਕਿਉਂ ਨਹੀਂ ਗਿਣਦੇ? ਤੈਅ ਕਰਨ ਵਾਲੇ ਤਾਂ ਉਹੀ ਨੇ, ਮੰਤਰਾਲਾ ਤਾਂ ਉਹੀ ਹੈ। ਸਵਾਲ ਇਹ ਹੈ ਵੀ ਉਹਨਾਂ ਦੀਆਂ ਚੀਜ਼ਾਂ ਦਾ ਮੁੱਲ ਤੈਅ ਕਰਨ ਵਾਸਤੇ ਫਾਰਮੂਲਾ ਹੋਰ ਹੈ, ਸਾਡੀਆਂ ਦਾ ਹੋਰ ਹੈ। ਇਹ ਉਹੀ ਗੱਲ ਸੀ ਜਿਵੇਂ ਮਨੂ ਸਮ੍ਰਿਤੀ 'ਚ ਪਹਿਲਾਂ ਸੀਗਾ ਵੀ ਜੇ ਉਹੀ ਗਲਤੀ ਪੰਡਿਤ ਕਰੇਗਾ ਉਹਨੂੰ ਕੋਈ ਸਜ਼ਾ ਨਹੀਂ ਜਾਂ ਬਹੁਤ ਥੋੜੀ ਸਜ਼ਾ, ਜੇ ਛਤਰੀ ਕਰੇਗਾ ਥੋੜੀ ਜਿਹੀ ਵੱਧ ਸਜ਼ਾ ਪੰਡਿਤ ਨਾਲੋਂ, ਜੇ ਕਰੇਗਾ ਵੈਸ਼ ਤਾਂ ਉਦੋਂ ਥੋੜੀ ਵੱਧ ਹੈ, ਜੇ ਸ਼ੂਦਰ ਕਰੇਗਾ ਉਦੋਂ 20 ਗੁਣਾ ਸਜ਼ਾ। ਇਹੀ ਗੱਲ ਸਾਡੇ ਨਾਲ ਕਰਤੀ ਇੱਥੇ ਵੀ ਭਾ ਜੇ ਤੱਕ ਇੰਡਸਟਰੀ ਵਾਲੇ ਦਾ ਤੈਅ ਕਰਨਾ ਫਿਰ ਐਂ ਫਾਰਮੂਲਾ ਹੋਏਗਾ, ਜੇ ਤੁਹਾਡੀ ਚੀਜ਼ ਦਾ ਕਰਨਾ ਤਾਂ ਐਂ ਹੋਏਗਾ। ਇਸੇ ਕਰਕੇ ਯੂਰੀਆ, ਇਸੇ ਕਰਕੇ ਕੀਟਨਾਸ਼ਕ, ਇਸੇ ਕਰਕੇ ਨਦੀਨਨਾਸ਼ਕ, ਇਸੇ ਕਰਕੇ ਪੈਟਰੋਲ ਡੀਜ਼ਲ ਉਹ ਵਧੀ ਜਾ ਰਹੇ ਨੇ ਤੇ ਸਾਡੀਆਂ ਫਸਲਾਂ ਦਾ ਭਾਅ ਘਟੀ ਜਾ ਰਿਹਾ, ਕਿਉਂਕਿ ਉਹ ਭਾਅ ਤੈਅ ਕਰਨ 'ਚ ਹੇਰਾਫੇਰੀ ਹੈ। ਇੱਕੋ ਮੰਤਰਾਲਾ ਤੈਅ ਕਰਦਾ, ਫਾਰਮੂਲਾ ਹੀ ਵੱਖਰਾ ਬਣਾਤਾ, ਤੁਹਾਡੇ ਵਾਸਤੇ ਹੋਰ, ਉਹਨਾਂ ਵਾਸਤੇ ਹੋਰ। ਇਹ ਜਿਹੜਾ ਝਗੜਾ ਹੈ, ਸੋ ਕਿਸਾਨ ਕੀ ਕਹਿੰਦੇ ਨੇ, MSP ਸਵਾਮੀਨਾਥਨ ਦੇ C2 ਦੇ ਮੁਤਾਬਕ ਦਿਓ, 23 ਦੀ ਵਜ੍ਹਾ 36 ਫਸਲਾਂ 'ਤੇ ਦਿਓ ਤਾਂ ਕਿ ਪੂਰੇ ਹਿੰਦੁਸਤਾਨ ਦੀਆਂ ਫਸਲਾਂ ਆ ਜਾਂਦੀਆਂ ਨੇ। ਫਿਰ ਤੁਸੀਂ ਜਿਹੜਾ ਹੈ ਕਿ ਉਹਦੇ 'ਤੇ ਖਰੀਦ ਦੀ ਗਰੰਟੀ ਕਰੋ। ਹੁਣ ਖਰੀਦ ਦੀ ਗਰੰਟੀ ਬਾਰੇ BJP ਸਰਕਾਰ 'ਚ ਦੋ ਗੱਲਾਂ ਮੈਂ ਦੱਸਾਂਗਾ। ਇੱਕ ਗੱਲ ਇਹ ਹੈ ਕਿ ਸੋਮਪਾਲ ਖੇਤੀ ਦੇ ਮਿਨਿਸਟਰ ਰਹੇ ਨੇ ਵਾਜਪਾਈ ਸਾਹਿਬ ਦੀ ਸਰਕਾਰ 'ਚ, BJP ਦੇ। ਉਹਨਾਂ ਦਾ ਬੜਾ ਵਧੀਆ ਉਹਨਾਂ ਨੇ ਤਰਕ ਦਿੱਤਾ ਹੈ। ਉਹ ਕਹਿੰਦੇ ਸਰਕਾਰ ਸਾਰਾ ਖਰੀਦ ਕੇ ਕੋਆਪਰੇਟਿਵ ਤਰੀਕੇ ਨਾਲ ਉਹਦਾ ਵੇਚੇ, ਨਾਲੇ ਸਰਕਾਰ ਨੂੰ ਮੁਨਾਫਾ ਜ਼ਿਆਦਾ ਹੋਊਗਾ, ਵਪਾਰੀ ਨੂੰ ਖਰੀਦਣ ਦੇਣ ਦੀ ਲੋੜ ਹੀ ਨਹੀਂ। ਉਹ ਜਿਹੜੇ ਅਰਥ ਸ਼ਾਸਤਰੀ ਲਿਖੀ ਜਾਂਦੇ ਵੀ ਉਹਦਾ ਭਾਅ ਦਾ ਫਰਕ ਦੇਈ ਜਾਓ, ਇਹ ਨਵਾਂ ਝੋਟ ਪਾਈ ਜਾਂਦੇ। ਭਾਅ ਦਾ ਫਰਕ ਕਾਹਦੇ ਵਾਸਤੇ ਦੇਣਾ? ਖਰੀਦੋ ਹੀ ਤੁਸੀਂ ਉਹਨੂੰ ਸਸਤੀ ਵੇਚ ਦਿਓ ਭਾਵੇਂ। ਜੇ ਭਾਅ ਦਾ ਫਰਕ ਤੁਸੀਂ ਦੇਣ ਦੀ ਗੱਲ ਕਰੋਗੇ ਫਿਰ ਡਾਇਰੈਕਟ ਟਰਾਂਸਫਰ, ਫਿਰ ਹੇਰਾਫੇਰੀ, ਫਿਰ ਠੱਗੀ, ਫਿਰ ਚੋਰੀ 100 ਜਗ੍ਹਾ 'ਤੇ ਆਊਗੀ। ਤੁਸੀਂ ਆਪਦਾ MSP ਤੇ ਖਰੀਦੀ ਜਾਓ, ਉਹਨੂੰ ਭਾਵੇਂ ਤੁਸੀਂ ਜਿਹੜੇ ਮਰਜ਼ੀ ਭਾਅ 'ਤੇ ਵੇਚੋ। ਇਹੀ ਤਾਂ ਸਰਕਾਰ ਮੰਨ ਨਹੀਂ ਦੀ ਨਾ, ਇਹੀ ਤਾਂ ਮੰਨ। ਜੇ ਭਾਵ ਅੰਤਰ ਜੂਗੀ ਤਾਂ ਵੀ ਤਾਂ ਗੱਲ ਉੱਥੇ ਆ ਗਈ। ਮੈਂ ਜਿਹੜਾ ਸਵਾਲ ਹੈ ਮੇਰਾ ਉਹ ਇਹ ਹੈ ਵੀ ਜੇ ਫਰਜ਼ ਕਰੋ ਕਣਕ 1980 ਦਾ MSP ਹੈ, ਉਹ ਵਿਕੀ 1500 'ਚ, 480 ਰੁਪਏ ਸਰਕਾਰ ਮੰਨ ਜਾਂਦੀ ਆ ਵੀ ਦੇਣੇ ਨੇ। ਮੈਂ ਇਹ ਕਹਿਣਾ ਸਰਕਾਰ ਮੰਨਣ ਦੀ ਲੋੜ ਹੀ ਨਹੀਂ, ਸਰਕਾਰ 1980 ਤੇ ਖਰੀਦ ਕੇ ਉਹਨੂੰ ਭਾਵੇਂ 1500 ਵਿੱਚ ਹੀ ਜਾਵੇ। ਇਹਦੀ ਵਜ੍ਹਾ ਕਿ ਪੈਸੇ ਨਗਦ ਦੇਣ 'ਚ ਤਾਂ ਕਿੰਨੇ ਬੰਦੇ ਆ ਗਏ ਤੇ ਸ਼ਾਮਲ ਫਿਰ ਠੱਗੀ ਹੋਊਗੀ। ਸੋ ਜਿਹੜਾ ਸਾਡਾ ਇਹ ਭਾਵ ਅੰਤਰ ਦੇਣ ਵਾਲਾ ਵੀ ਫਰਕ ਦੇ ਦਿਓ, ਇਹ ਜਿਹੜਾ ਇਹ ਫਾਰਮੂਲਾ ਠੱਗੀ ਦਾ ਫਾਰਮੂਲਾ। ਸਰ ਇੱਕ ਹੋਰ ਸਵਾਲ ਹੈ ਕਿ ਜੇ MSP ਨਹੀਂ ਲਾਗੂ ਹੁੰਦੀ, ਚਲੋ 3 ਕਾਨੂੰਨ ਤਾਂ ਰੱਦ ਹੋ ਗਏ ਨੇ, MSP ਨਹੀਂ ਲਾਗੂ ਹੁੰਦੀ, ਫਿਰ ਅੱਜ ਤੋਂ 10-15 ਸਾਲ ਬਾਅਦ ਖੇਤੀ ਕਿਹੋ ਜਿਹੀ ਹੋਏਗੀ? ਦੇਖੋ ਜਿੱਥੋਂ ਤੱਕ ਸਵਾਲ ਹੈ ਖੇਤੀ ਦਾ, ਜੇ MSP ਲਾਗੂ ਨਹੀਂ ਹੁੰਦੀ ਫਿਰ ਖੇਤੀ ਚੱਲਣੀ ਨਹੀਂ ਬਹੁਤੀ, ਕਿਉਂਕਿ ਦੂਜੀਆਂ ਚੀਜ਼ਾਂ ਦੇ ਭਾਅ ਵਧੀ ਜਾਣੇ ਨੇ। ਫਿਰ ਇਹ ਹੋਊਗਾ ਵੀ ਉਹਨਾਂ ਨੂੰ ਮਜਬੂਰ ਕਰਕੇ ਜ਼ਮੀਨਾਂ ਵਿਕਾਉਣੀਆਂ ਨੇ, ਵੀ ਕਾਨੂੰਨ ਤਾਂ ਵਾਪਸ ਕਰਾ ਲਏ, ਹੁਣ ਮਜਬੂਰ ਕਰਕੇ। MSP ਦੇ ਤਾਂ ਜਿਹੜਾ ਤੁਹਾਡਾ ਹਾਈਪੋਥੈਟੀਕਲ ਕੁਐਸਚਨ ਹੈ ਵੀ ਜੇ ਲਾਗੂ ਨਹੀਂ ਹੁੰਦੀ, ਇਹ ਐਂ ਨਹੀਂ ਹੈ। ਇਹ ਤਾਂ ਲੋਕ ਇਹ ਵੀ ਸਵਾਲ ਪੁੱਛਦੇ ਵੀ ਜੇ ਕਾਨੂੰਨ ਵਾਪਸ ਨਾ ਹੋਏ। ਮੈਂ ਅੱਜ ਤੱਕ ਸਾਰੇ ਵੀਡੀਓ ਕੱਢ ਮੈਂ ਕਿਹਾ ਨਾ ਵਾਪਸ ਆਉਣਗੇ, ਕਿਉਂਕਿ ਸਟਰਗਲ ਹੈ, ਉਹ ਸਟਰਗਲ 'ਚ ਤਾਕਤ ਹੈ। ਇੱਦਾਂ MSP ਦੀ ਲੜਾਈ ਹੈ। ਹੁਣ ਜੇ ਤਾਂ MSP ਦੀ ਲੜਾਈ ਕਿਸਾਨ ਨੂੰ ਪਿਛੜੂ ਕਰਨ ਲੱਗ ਗਏ, ਜਿਹੜੇ ਕਿ ਮੈਨੂੰ ਨਹੀਂ ਲੱਗਦਾ ਕਰਨਗੇ, ਫਿਰ ਤਾਂ ਨਹੀਂ ਲਾਗੂ ਹੋਏਗੀ। ਨਹੀਂ, ਸਰਕਾਰ ਦੀ ਹਿੰਮਤ, ਸਰਕਾਰ ਕਿਹਨੇ ਚੁਣੀ ਆ? ਲੋਕਾਂ ਨੇ ਚੁਣੀਆਂ ਨਾ। ਅੰਨ ਕਿਹਨੂੰ ਚਾਹੀਦਾ? ਲੋਕਾਂ ਨੂੰ ਚਾਹੀਦਾ ਨਾ। ਤੇ ਥੋੜ੍ਹੇ ਜਿਹੇ ਸਰਕਾਰ ਗੋਲੀਆਂ ਚਲਾ ਕੇ ਇਹ ਕਰੂ। ਸਰਕਾਰ ਨਜਾਇਜ਼ ਕਰਨ ਲੱਗ ਜੂਗੀ, ਜੋ ਮਰਜ਼ੀ ਅਸੀਂ ਤਾਂ ਕਰਾਂਗੇ। ਜੋ ਮਰਜ਼ੀ ਉਹਨਾਂ 'ਤੇ ਕਰ ਸਕਦੀ ਹੁੰਦੀ ਹੈ ਸਰਕਾਰ, ਜਿਹੜੇ ਮਰਨ ਨੂੰ ਤਿਆਰ ਨਾ ਹੋਣ। ਕਿਸਾਨ ਤਾਂ 700 ਸ਼ਹੀਦੀ ਦੇ ਚੁੱਕੇ ਆਲਰੇਡੀ, ਉਹ ਭੜਕੇ ਨਹੀਂ ਹੈਗੇ, ਸ਼ਾਂਤਮਈ ਸਟਰਗਲ ਕਰਦੇ ਨੇ। ਸਰਕਾਰ ਤਾਂ ਉਹਨਾਂ ਨੂੰ ਹਰਾਉਂਦੀ ਹੈ ਜਿਹੜੇ ਕਹਿੰਦੇ ਆਪਾਂ ਤਾਂ ਫਿਰ ਚੜਾ ਦਾਂਗੇ ਝੰਡੇ, ਉਹ ਫਿਰ ਭੱਜ ਜਾਂਦੇ ਨੇ। ਫਿਰ ਮੁੜ ਕੇ ਕਹਿੰਦੇ ਜੀ ਅਸੀਂ ਤਾਂ ਜੀ ਅਸੀਂ ਤਾਂ ਪੁਲਿਸ ਦੀ ਮਦਦ ਕਰਨ ਗਏ ਸੀ। ਸਰਕਾਰ ਤਾਂ ਉਹਨਾਂ ਨੂੰ ਦਵਾ ਦਿੰਦੀ ਹੈ, ਸਰਕਾਰ ਤਾਂ ਉਹਨਾਂ ਨੂੰ ਦਵਾ ਦਿੰਦੀ ਹੈ ਜਿਹੜਾ ਚੋਰੀ ਠੱਗੀ ਕਰਦਾ। ਕਿਸਾਨ ਕੋਈ ਚੋਰੀ ਠੱਗੀ ਕਰਦਾ, ਉਹਨਾਂ 'ਤੇ ਦਵਾ ਦਿੰਦੀ ਵੀ ਚੰਗਾ ਤੈਨੂੰ ਈਡੀ 'ਚ ਅੰਦਰ ਕਰਾਂਗੇ, ਨਹੀਂ ਤੂੰ ਸਾਡੇ ਨਾਲ ਰਲ, ਉਹ ਰਲ ਜਾਂਦਾ। ਸਰਕਾਰ ਦਵਾ ਉਹਨਾਂ ਨੂੰ ਦਿੰਦੀ ਹੈ ਜਿਹੜੇ ਚੋਰ ਨੇ। ਪਹਿਲੀ ਗੱਲ
ਦੂਜੀ ਗੱਲ, ਸਰਕਾਰ ਦਵਾ ਉਹਨਾਂ ਨੂੰ ਦਿੰਦੀ ਹੈ ਜਿਹੜੇ ਕੁਰਬਾਨੀ ਨਹੀਂ ਕਰ ਸਕਦੇ। ਜਿਹੜਾ ਮਰਨ ਨੂੰ ਤਿਆਰ ਹੈ ਉਹਦਾ ਕਿੰਨਾ ਕੁ ਦਵਾ ਕਰੂਗੀ? ਵੱਧ ਤੋਂ ਵੱਧ ਗੋਲੀ ਮਾਰ ਦੂਗੀ ਨਾ, ਇੱਕ ਮਾਰ ਦੂਗੀ ਦੂਜਾ ਆ ਜਾਊਗਾ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨੇ ਚਾਉਣੇ ਦੂਨ ਸਵਾਏ ਹੋਏ। ਇੰਨਾ ਸੌਖਾ ਨਹੀਂ ਹੈ। ਅੱਜ ਕਿਸਾਨ ਜਾਗਰਤ ਹੈ ਇਸ ਮਾਮਲੇ 'ਤੇ, ਇੱਕ ਹੈ ਉਹਨਾਂ ਦਾ। ਮੈਨੂੰ ਨਹੀਂ ਲੱਗਦਾ ਵੀ ਸਰਕਾਰ MSP 'ਤੇ ਹੁਣ ਜ਼ਿਆਦਾ ਅੜੂਗੀ। ਕਿਉਂਕਿ ਸਰਕਾਰ ਨੇ ਸਭ ਤੋਂ ਵੱਡਾ ਜਿਹੜਾ ਮਸਲਾ ਸੀ ਉਹ ਸੀਗਾ 3 ਕਾਨੂੰਨ ਨੂੰ ਵਾਪਸ ਲੈਣ ਦਾ। ਉਹ ਸਰਕਾਰ ਵਾਸਤੇ ਵੱਡਾ, ਆਰਥਿਕ ਤੌਰ 'ਤੇ ਨਾ ਵੀ ਹੋਵੇ, ਉਹ ਬਾਅਦ 'ਚ ਵੀ ਕਾਨੂੰਨ ਲਿਆ ਸਕਦੇ ਸੀ। ਉਹ ਵੱਡਾ ਪੋਲੀਟੀਕਲ ਮਸਲਾ ਸੀ ਉਹਨਾਂ ਵਾਸਤੇ ਵੀ ਸਾਡੀ ਤਾਂ ਯਾਰ ਇੱਜ਼ਤ ਨਹੀਂ ਰਹਿਣੀ। ਔਰ ਕਹਿੰਦੇ ਰਹੇ ਨੇ ਵੀ ਜੇ ਤੁਹਾਡੇ ਕਾਨੂੰਨ ਵਾਪਸ ਕਰਦੇ ਆ ਤਾਂ ਹਰੇਕ ਹੀ ਦਵਾ ਤੇ ਤੁਹਾਡੇ ਉੱਪਰ ਉਹ ਕਰੇ ਨਹੀਂ ਨਾ ਵਾਪਸ। MSP ਦਾ ਮਸਲਾ ਤੋਂ ਬਹੁਤ ਛੋਟਾ ਹੈ। MSP 'ਤੇ ਜਿਹੜਾ ਕੈਲਕੂਲੇਸ਼ਨ ਤੇ ਬਿਲਕੁਲ ਗਲਤ ਦਿੱਤੀਆਂ ਜਾ ਰਹੀਆਂ ਨੇ। ਕੋਈ 17 ਲੱਖ ਕਰੋੜ ਨਹੀਂ ਲੱਗਦਾ। ਸਾਰੀਆਂ ਕੈਲਕੂਲੇਸ਼ਨਾਂ ਆ ਗਈਆਂ ਨੇ। ਆ ਪਰਸੋਂ ਹੀ ਬੜਾ ਵੱਡਾ ਆਰਟੀਕਲ ਸੀ ਇੰਡੀਅਨ ਐਕਸਪ੍ਰੈਸ 'ਤੇ, ਅਤੇ ਉਹ ਤਕਰੀਬਨ 10.6 ਲੱਖ ਕਰੋੜ ਲੱਗਦਾ ਹੈ, ਜਿਸ ਤੋਂ 2.5 ਲੱਖ ਕਰੋੜ ਤਾਂ ਜਿਹੜਾ ਹੈ 19 ਤੋਂ ਘਰ ਹੀ ਰੱਖ ਲੈਂਦਾ ਫਸਲ। ਟੋਟਲ ਫਸਲ ਜਿੰਨੀ ਉਹਨੇ ਕੱਢੀ ਵੀ ਕਿੰਨਾ ਝਾੜ ਹੈ, ਕਿੰਨਾ ਉਹਦਾ ਭਾਅ ਹੈ, ਕਿੰਨਾ ਹੈ, ਸਾਰੀਆਂ ਗਿਣਤੀਆਂ ਚਾਹੀਦੀਆਂ। 23 ਫਸਲਾਂ ਦੇ ਉੱਤੇ ਸਾਰੇ ਮੁਲਕ ਦੀ ਖਰੀਦ ਕਰਨ ਵਾਸਤੇ ਰੁਪਈਆ ਤਾਂ ਸਾਰੇ 8 ਲੱਖ ਕਰੋੜ ਚਾਹੀਦਾ। ਉਸ 8 ਲੱਖ ਕਰੋੜ 'ਚੋਂ 6 ਲੱਖ ਕਰੋੜ ਦੀਆਂ ਉਹ ਵੈਸੀ ਵਿਕ ਜਾਣੀਆਂ ਨੇ। ਸਰਕਾਰ ਕਿਵੇਂ ਕਹੀ ਜਾਂਦੀ ਵੀ ਸਾਨੂੰ ਤਾਂ ਐਂ ਜੀ, ਸਾਨੂੰ ਤਾਂ ਬਹੁਤ ਪੈਸੇ ਲੱਗ ਜਾਣਗੇ। ਜਿੰਨੇ ਵੱਡੇ ਕਾਰਪੋਰੇਟ ਹਾਊਸ ਨੇ ਉਹਨਾਂ ਨੂੰ 6 ਲੱਖ ਕਰੋੜ 5.5 ਲੱਖ ਕਰੋੜ ਦੀ ਹਰ ਸਾਲ ਸਬਸਿਡੀ ਦਿੰਦੇ ਨੇ। ਉਹਨੂੰ ਛੱਡਦੇ ਨੇ, ਉਹਨੂੰ ਨਾ ਦੇਣ, ਉਹਨੂੰ ਅੱਧੀ ਕਰ ਦੇਣ, ਬਸ ਇੰਨਾ ਹੀ ਹੈ। ਕਰਜ਼ੇ ਵੀ ਮਾਫ ਹੋਏ, ਕਰਜ਼ੇ ਤਾਂ ਮਾਫ ਹੋਏ ਨੇ, ਇਕੱਲੀ ਹੋਰ ਸਬਸਿਡੀ ਦਿੰਦੇ ਨੇ ਜਿਹੜੀ ਟੈਕਸ ਦੀ। ਸੋ ਇਸ ਕਰਕੇ ਇਹ ਕੋਈ ਔਖਾ ਕੰਮ ਵੀ ਨਹੀਂ ਹੈ। ਔਰ ਸਰਕਾਰ ਨੇ ਜੇ ਪਰਾਲੀ ਸਾੜਨ ਦਾ ਕਾਨੂੰਨ ਦੇ ਉੱਤੇ ਅਨਾਊਂਸਮੈਂਟ ਕਰ ਹੀ ਦਿੱਤੀ ਹੈ, ਬਿਜਲੀ ਦੇ ਉੱਤੇ ਪਹਿਲਾਂ ਹੀ ਸਮਝੌਤਾ ਹੋਇਆ ਸੀ, ਉਹਨੂੰ ਲਾਗੂ ਕਰ ਹੀ ਦੇਣਾ ਹੈ। ਅਤੇ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਹੁਣ ਇਹ ਸਿਆਣਪ ਕਰੇਗੀ ਕਿ ਵੀ ਬਹੁਤਾ ਜ਼ਿਆਦਾ ਨਾ ਅੜੀਏ ਕਿ ਇਹ ਨਿਪਟਾਉਣਾ ਚਾਹੇਗੀ। ਜੇ ਨਾ ਨਿਪਟਾਇਆ ਸਰਕਾਰ ਨੇ, ਇਹ ਵੀ ਮੈਂ ਕਹਿਣ ਨੂੰ ਤਿਆਰ ਹਾਂ ਕਿ ਯੂਪੀ ਚੋਣ ਤਾਂ ਫਿਰ ਜਮਾਂ ਹੀ ਨਹੀਂ। ਬਲਕਿ ਮੈਂ ਕਹਾਂਗਾ ਜੇ ਨਿਪਟਾ ਵੀ ਦੇਵੇ ਸਰਕਾਰ ਨਾ, ਜਿਹੜਾ ਕਿਸਾਨਾਂ ਦੀ ਲੋੜ ਹੈ, ਅੱਜ ਕਿਸਾਨਾਂ ਨੇ ਇੱਕ ਨਾਅਰਾ ਦਿੱਤਾ ਸੀ ਵੋਟ ਦੀ ਚੋਟ। ਜੇ ਤੁਸੀਂ ਜੜੋਂ ਖਤਮ ਕਰਨੀ ਹੈ ਗੱਲ, ਵੀ ਜਿਹੜੀ ਮਰਜ਼ੀ ਸਰਕਾਰ ਆ ਜੇ ਜੁਰਤ ਨਾ ਕਰੇ, ਮੁੜ ਕੇ ਸਾਨੂੰ 700 ਸ਼ਹੀਦੀ ਨਾ ਦੇਣੀ ਪਵੇ, ਫਿਰ ਵੋਟ ਦੀ ਚੋਟ ਕਰਨ ਦੀ ਲੋੜ ਹੈ। ਵੀ ਜਿਹੜੀ ਸਰਕਾਰ ਕਰੂ ਉਹਦੇ ਨਾਲ ਹਾਲ ਕਰਾਂਗੇ। ਉਹ ਪੰਜਾਬ 'ਚ ਵੀ ਕਰਨ, ਉਹ ਯੂਪੀ 'ਚ ਵੀ ਕਰਨ। 2 ਸਟੇਟਾਂ 'ਤੇ ਪੂਰਾ ਜ਼ੋਰ ਲਾਉਣ ਦੀ ਲੋੜ ਹੈ ਕਿਸਾਨਾਂ ਨੂੰ ਕਿ ਜੋ ਮਰਜ਼ੀ ਕਰੋ, ਅਸੀਂ ਹੁਣ ਬਹੁਤ ਝੱਲ ਲਿਆ, ਸਾਲ ਭਰ ਤੁਸੀਂ ਸਾਡੀ ਬਾਤ ਨਹੀਂ ਪੁੱਛੀ, ਅਸੀਂ ਉੱਥੇ ਬੈਠੇ ਰਹੇ ਹਾਂ, ਹੁਣ ਅਸੀਂ ਵੋਟ ਦੀ ਚੋਟ ਕਰਾਂਗੇ। ਆਪਦਾ ਜਿਹੜਾ ਵੋਟ ਦੀ ਚੋਟ ਦਾ ਨਾਅਰਾ ਹੈ, ਇੱਕ। ਦੂਜੀ ਗੱਲ ਏਕੇ ਦਾ ਨਾਅਰਾ, 2। ਅਤੇ ਤੀਜੀ ਗੱਲ ਆਪਣੀਆਂ ਮੰਗਾਂ ਮਨਾ ਕੇ ਵਾਪਸ ਜਾਵਾਂਗੇ, ਕਿਉਂਕਿ ਜਾਇਜ਼ ਮੰਗਾਂ ਨੇ, ਇਹ ਮਨੁੱਖੀ ਅਧਿਕਾਰਾਂ ਦੀਆਂ ਮੰਗਾਂ ਨੇ, ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੰਨੀਆਂ ਹੋਈਆਂ ਮੰਗਾਂ ਨੇ ਵੀ ਹਾਂ ਇਹ ਹੋਣਾ ਚਾਹੀਦਾ ਹੈ। ਇਹ WHO, UNO ਇਹਦੇ 'ਤੇ ਕੋਈ ਨਹੀਂ ਨਾ ਕਰ ਸਕਦੀ। ਸੋ ਇਸ ਕਰਕੇ ਅਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਹਾਂ। ਅਸੀਂ ਬਾਬੇ ਨਾਨਕ ਦੇ ਵਾਰਸ ਹਾਂ, ਜਿਨ੍ਹਾਂ ਨੇ ਆਖਿਆ ਹੈ, ਜਦ ਜੇ ਸਿਕਦਾਰੀ ਤਿਸੇ ਖੁਆਰੀ ਚੱਕ ਕਰਕੇ ਇਹ ਡਰਨਾ, ਜੇ ਸਿਕਦਾਰ ਪਵੇ ਜੰਜੀਰੀ ਤਾਂ ਚੱਕਰ ਹੱਥੋਂ ਮਰਨਾ। ਸੋ ਸਾਡੇ ਅਸੀਂ ਕੀ ਲੂਜ਼ ਕਰਨਾ? ਲੂਜ਼ ਤਾਂ ਜਿਹਦੇ ਸਿਰ 'ਤੇ ਤਾਜ ਹੈ ਉਹ ਕਰੂਗਾ ਨਾ, ਗਵਾਏਗਾ ਤਾਂ ਉਹ। ਸਾਡੇ ਤੋਂ ਪਹਿਲਾਂ ਹੀ ਸਾਡੇ ਤੋਂ ਖੋਹ ਲਿਆ ਸਾਰਾ ਕੁਛ। ਸੋ ਅਸੀਂ ਲੜੀ ਜਾਵਾਂਗੇ, ਜਿਹਦੇ ਸਿਰ 'ਤੇ ਤਾਜ ਹੈ, ਇੱਕ ਤਾਜ ਜਾਏਗਾ ਉੜੇਗਾ, ਫਿਰ ਦੂਜਾ ਉੜੇਗਾ, ਫਿਰ ਤੀਜਾ ਉੜੇਗਾ, ਅਤੇ ਅਸੀਂ ਆਖਰਕਾਰ ਜਿੱਤਣਾ ਤਾਂ ਆਖਰਕਾਰ ਅਸੀਂ ਹੋਈ ਹਾਂ। ਤੋ ਇਸ ਕਰਕੇ ਸਾਨੂੰ ਲੜਨ 'ਚ ਕੋਈ ਜਰਾ ਵੀ ਝਿਜਕ ਨਹੀਂ ਹੈ। ਔਰ ਇਹਨਾਂ ਨੇ ਰਸਤਾ ਨਵਾਂ ਖੋਜ ਲਿਆ। ਬਾਬਾ ਨਾਨਕ ਇਹ ਵੀ ਕਹਿ ਗਿਆ, ਔਰ ਉਹ ਪੂਰਾ ਇਹਨਾਂ ਨੇ ਲਾਗੂ ਕਰਿਆ। ਬਸੰਤ ਨੋਟ ਮਹੱਲਾ ਪਹਿਲਾ 'ਚ ਬਾਬਾ ਨਾਨਕ ਨੇ ਕਿਹਾ, ਸੌਰੜੀ ਵੱਥ ਸਭ ਕਿਛ ਸਾਂਝੀ, ਏਵ ਘੜੇ ਧਨ ਵੱਖੇ। ਪਹਿਲਾਂ ਕੱਲੀਆਂ ਵੱਖਰੀਆਂ ਲੜਦੀਆਂ ਸੀ, ਅਤੇ ਕੱਖਰ ਸਿੰਘ ਇਹ ਮੇਰੀ ਜਥੇਬੰਦੀ, ਇਹ ਮੇਰੀ, ਇਕੱਠੇ ਹੋ ਗਏ। ਸਾਰਾ ਲੰਗਰ ਸਾਂਝਾ, ਸਾਰਾ ਖਾਣਾ ਸਾਂਝਾ, ਸਾਰੇ ਫੈਸਲੇ ਸਾਂਝੇ, ਉਹ ਸਾਰਾ ਕੁਝ ਸਾਂਝਾ। ਟੈਂਟ 'ਚ ਜਿਹੜੇ ਮਰਜ਼ੀ ਜਾ ਕੇ ਦੂਜਾ ਸੌਂ ਜੇ, ਕੋਈ ਚੱਕਰ ਨਹੀਂ। ਖਾਣਾ ਜਿਹੜੇ ਮਰਜ਼ੀ ਲੰਗਰ ਜਾ ਖਾ ਲਏ, ਇਹ ਨਹੀਂ ਕਹਿੰਦੇ ਵੀ ਉਹ ਟਿੱਕਰੀ ਵਾਲਾ ਇੱਥੇ ਕਿਵੇਂ ਖਾਣਾ ਆਣਾ, ਜਾਂ ਉਹ ਫਲਾਣੇ ਵਾਲਾ ਇੱਥੇ ਕਿਉਂ ਆ ਗਿਆ, ਨਾ। ਠੀਕ ਹੈ। ਫਿਰ ਉਸ ਤੋਂ ਅੱਗੇ ਕੀ ਹੈ, ਆਪ ਕੁਚੱਜੀ ਦੋਸ ਨ ਦਿਓ ਜਾਣਾ ਨਾ ਹੀ ਰੱਖੇ। ਇਹ ਵੀ ਆਪੇ ਕਹਿੰਦੇ ਨੇ ਵੀ ਸਾਨੂੰ ਪਹਿਲਾਂ ਪਤਾ ਨਹੀਂ ਸੀ, ਅਸੀਂ ਐਵੇਂ ਲੜੀ ਜਾਂਦੇ ਸੀ, ਇਹ ਕਾਮਰੇਡ ਨੇ, ਇਹ ਖਾਲਸਾਨੀ ਨੇ, ਇਹ ਸਿੱਖ ਨੇ, ਇੱਥੇ ਸਾਡੇ ਇਹ ਇਨਕਲਾਬ ਜਿੰਦਾਬਾਦ ਦਾ ਨਾਅਰਾ ਹੀ ਲੱਗ ਸਕਦਾ ਹੈ, ਬੋਲੇ ਸੋ ਨਿਹਾਲ ਲੱਗ ਹੀ ਨਹੀਂ ਸਕਦਾ। ਇੱਥੇ ਇਨਕਲਾਬ ਦਾ ਨਾਅਰਾ ਨਹੀਂ ਲੱਗ ਸਕਦਾ, ਬੋਲੇ ਸੋ ਨਿਹਾਲ ਹੀ ਲੱਗੇ। ਉਹ ਕਹਿੰਦੇ ਸਭ ਕੁਛ ਹੋਏਗਾ, ਇੱਥੇ ਆਰਤੀ ਵੀ ਹੋਏਗੀ, ਅਰਦਾਸ ਵੀ ਹੋਏਗੀ, ਇੱਥੇ ਪਾਠ ਵੀ ਕਰਿਆ ਜਾਏਗਾ, ਇੱਥੇ ਹਵਨ ਵੀ ਹੋ ਸਕਦਾ ਹੈ, ਇੱਥੇ ਨਾਅਰੇ ਵੀ ਸਾਰੇ ਸਾਂਝੇ ਲੱਗਣਗੇ। ਸੋ ਦੂਜੀ ਗੱਲ ਉਹ ਕਰਤੀ, ਨਵਾਂ ਰਸਤਾ ਖੋਜ ਲਿਆ। ਅਤੇ ਅਗਲੀ ਲਾਸਟ ਗੱਲ ਉਹਨਾਂ ਨੇ ਕਿਹਾ
ਆਪ ਕੁਚੱਜੀ ਦੋਸਤ ਹੁੰਦੇ, ਉਹ ਜਿਹੜਾ ਕੁਚੱਜਾਪਨ ਸੀ ਛੱਡਤਾ, ਜਾਣਾ ਨਾ ਹੀ ਰੱਖੇ ਹੋ ਆਪੇ ਭਰਮ ਭੁਲਾਣੀ। ਜਿਹੜੇ ਭਰਮਾਂ 'ਚ ਭੁੱਲੇ ਹੋਏ ਸੀ, ਮੇਰੀ ਤਾਕਤ ਅਜੇ ਭੁੱਲਾ ਹੋਇਆ ਇੱਕ ਚਡੂਨੀ ਸਾਹਿਬ, ਮੇਰੀ ਤਾਕਤ, ਉਹ ਭਰਮ 'ਚ ਭੁੱਲੇ ਹੁੰਦੇ, ਉਹ ਭਰਮ ਵੀ ਛੱਡਤੇ। ਫਿਰ ਕਹਿੰਦੇ ਉਹ ਭਰਮ ਕੀ ਸੀ, ਪੁਰਾਣਾ ਲੀਹਾ ਵੀ ਅਸੀਂ ਕੱਢੇ ਕੱਢੇ ਚ ਨੰਗਾ ਖੱਡੇ ਕੇ ਸਹੀ ਗਾਵਾਂ ਵਰਨਾ ਜਾਣਾ ਪਾਣੀ। ਬਾਬਾ ਕਹਿੰਦਾ ਨਵਾਂ ਰਸਤਾ ਲੱਭੋ। ਇਹਨਾਂ ਨੇ ਨਵਾਂ ਰਸਤਾ ਲੱਭ ਲਿਆ। ਉਹ ਨਵਾਂ ਰਸਤਾ ਕੀ ਹੈ? ਏਕੇ ਦਾ, ਸੰਘਰਸ਼ ਦਾ, ਸਾਂਝੀਵਾਲਤਾ ਦਾ, ਇਕੱਠੇ ਲੰਗਰ ਦਾ, ਸਮੂਹਿਕ ਫੈਸਲਿਆਂ ਦਾ, ਸਭ ਨੂੰ ਬਰਾਬਰ ਦੇ ਅਧਿਕਾਰਾਂ ਦਾ। ਉਹ ਨਵਾਂ ਰਸਤਾ ਲੱਭ ਲਿਆ। ਇਸ ਰਸਤੇ ਤੇ ਹੁਣ ਲੀਹਾ ਪਾਤਾ ਇਹਨਾਂ ਨੇ। ਇਹ ਲੀਹਾ ਹੁਣ ਇੱਕ ਵਾਰੀ ਪਾਉਣਾ ਔਖਾ ਹੁੰਦਾ। ਉਹ 'ਚ 600 700 ਸ਼ਹੀਦੀ ਵੀ ਕਰੀ ਹੈ, ਗਰਮੀ ਠੰਡ ਬਾਰਿਸ਼ 'ਚ ਵੀ ਰਹੇ ਨੇ, ਪਰ ਕੋਈ ਗੱਲ ਨਹੀਂ। ਸ਼ਾਬਾਸ਼ ਇਹਨਾਂ ਦੇ ਸਿਦਕ ਦੇ, ਸਿਰੜ ਦੇ, ਸਬਰ ਦੇ ਤੇ ਸੰਤੋਖ ਦੇ। ਉਹ ਐਡੀ ਵੱਡੀ ਜੰਗ ਜਿੱਤੀ ਹੈ, ਹੁਣ ਬਾਕੀ ਤਾਂ ਛੋਟੀਆਂ ਨੇ ਜਿੱਤ ਲੈਣੀਆਂ ਨੇ। ਤੇ ਸਾਰੀ ਗੱਲ ਮੈਂ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਡਾਕਟਰ ਪੈਦੇਲਾਲ ਗਰਗ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ ਕਿ ਐਮਐਸਪੀ ਨੂੰ ਲੈ ਕੇ ਜੋ ਅੱਜ ਵੀ 32 ਜਥੇਬੰਦੀਆਂ ਕਹਿ ਰਹੀਆਂ ਨੇ, ਜਦ ਤੱਕ ਇਸ ਚੀਜ਼ ਦੀ ਗਰੰਟੀ ਨਹੀਂ ਦਿੰਦੇ ਤਦ ਤੱਕ ਮੋਰਚਾ ਚੱਲਦਾ ਰਹੂਗਾ, ਮੋਰਚੇ ਦੀ ਬੈਠਣਗੇ। ਤੁਸੀਂ ਸਮਝ ਲਿਆ ਹੋਣਾ ਵੀ ਐਮਐਸਪੀ ਦੀ ਗਰੰਟੀ ਕਿਉਂ ਲਾਜ਼ਮੀ ਹੈ। ਜੇ ਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀ ਕਿੱਧਰ ਨੂੰ ਜਾਊਗੀ, ਇਹ ਵੀ ਸੁਣ ਲਿਆ। ਪਰ ਸਭ ਤੋਂ ਵੱਡੇ ਜੋ 3 ਕਾਨੂੰਨ ਸੀ, ਜਿਸ ਵਿੱਚ 1 ਸਾਲ ਲੱਗ ਗਿਆ ਰੱਦ ਕਰਵਾਉਣ ਵਾਸਤੇ, ਉਸ ਵਿੱਚ ਭਾਜਪਾ ਨੇ ਸਮਝਿਆ ਵੀ ਹੁਣ ਅੱਗੇ ਜਾ ਕੇ ਚੋਣਾਂ ਨੇ, ਜੇ ਚੋਣਾਂ ਵਿੱਚ ਕਿਸਾਨ ਨਾ ਇੱਥੋਂ ਗਏ ਤਾਂ ਨੁਕਸਾਨ ਹੋ ਸਕਦਾ। ਸ਼ਾਇਦ ਭਾਜਪਾ ਸਰਕਾਰ ਫਿਰ ਸੋਚੇ ਐਮਐਸਪੀ ਗਰੰਟੀ ਦੇ ਦਿਓ, ਜੇ ਨਾ ਦਿੱਤੀ ਨੁਕਸਾਨ ਯੂਪੀ 'ਚ ਹੋ ਸਕਦਾ। 4 ਸਟੇਟਾਂ ਵਿੱਚ ਚੋਣਾਂ ਨੇ ਅਗਲੇ ਸਾਲ ਜਾ ਕੇ, ਫਿਰ ਬੀਜੇਪੀ ਨੂੰ ਨੁਕਸਾਨ ਚੱਲਣਾ ਪੈ ਸਕਦਾ, ਕਿਉਂਕਿ ਕਿਹਾ ਜਾਂਦਾ ਕਿ ਯੂਪੀ 'ਚੋਂ ਹੀ ਪ੍ਰਾਈਮ ਮਿਨਿਸਟਰ ਦਾ ਰਸਤਾ ਜਾਂਦਾ ਹੈ। ਜੇ ਯੂਪੀ ਜਿੱਤ ਲਈ, ਉਹ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਵੀ ਕਾਬਜ ਹੋ ਜਾਂਦਾ ਹੈ। ਤੇ ਦੇਖਾਂਗੇ ਹੁਣ ਕਿ ਵਾਕਈ ਐਮਐਸਪੀ ਗਰੰਟੀ ਨੂੰ ਲੈ ਕੇ ਬੀਜੇਪੀ ਕਿਹੜਾ ਫੈਸਲਾ ਲਊਗੀ। ਪਰ ਕਿਸਾਨਾਂ ਦਾ ਇੱਕੋ ਹੀ ਮਨ ਹੈ, ਜਦ ਤੱਕ ਐਮਐਸਪੀ ਦੀ ਗਰੰਟੀ ਨਹੀਂ, ਉਸ ਸਮੇਂ ਤੱਕ ਘਰ ਵਾਪਸੀ ਨਹੀਂ।